जी वेलकम बैक दोस्तों ਤੁਸੀਂ ਸੁਣ ਰਹੇ ਰੇਡੀਓ ਪੰਜਾਬ ਪ੍ਰੋਗਰਾਮ ਦਾ ਇਹ ਸੈਗਮੈਂਟ ਏਕਤਾ ਟੀਵੀ YouTube ਲਾਈਵ ਇਸ ਵਕਤ ਚੱਲ ਰਿਹਾ Facebook ਲਾਈਵ ਤਾਂ ਚੱਲ ਹੀ ਰਿਹਾ ਸਾਰੇ ਬਹੁਤ ਸਾਰੇ ਦੋਸਤ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਸਾਰਿਆਂ ਦਾ ਵਾਂਸ ਅਗੇਨ ਨਿੱਘਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਸਕਸੈਸ ਦੇ ਬਾਰੇ ਸਫਲਤਾ ਦੇ ਬਾਰੇ ਸਾਡੇ ਗੈਸਟ ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਪਰਮਿੰਦਰ ਚੌਹਾਨ ਜੀ ਪਰਮਿੰਦਰ ਚੌਹਾਨ ਜੀ ਡਿਜ਼ਾਰਡਨਸ ਫਾਈਨੈਂਸ਼ੀਅਲ ਸਿਕਿਉਰਿਟੀ ਦੇ ਮੈਨੇਜਿੰਗ ਡਾਇਰੈਕਟਰ ਨੇ ਇਹਦੇ ਨਾਲ ਇਹਨਾਂ ਨੇ ਬਹੁਤ ਸਾਰੀਆਂ ਬੁੱਕਸ ਲਿਖੀਆਂ ਨੇ ਬੁੱਕਸ ਵੀ ਲਿਖੀਆਂ ਅਤੇ ਮੂਵੀਜ਼ ਵੀ ਬਣਾਈਆਂ ਨੇ ਜਿਸ ਦੇ ਵਿੱਚ ਇਹਨਾਂ ਨੂੰ ਜਿਹੜੇ ਐਮੀ ਅਵਾਰਡ ਵੀ ਮਿਲ ਚੁੱਕੇ ਆ ਇਹਨਾਂ ਦੀ ਜਵਾਨੀ ਅਸੀਂ ਜਾਣਦੇ ਹਾਂ ਕਿ ਇਹਨਾਂ ਨੇ ਇਹ ਜਿਹੜੀ ਸਫਲਤਾ ਆ ਕਿਸ ਤਰ੍ਹਾਂ ਸ਼ੁਰੂ ਕੀਤੀ ਅਤੇ ਕਿਸ ਤਰ੍ਹਾਂ ਇਸ ਮੁਕਾਮ 'ਤੇ ਪਹੁੰਚੇ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਪਰਮਿੰਦਰ ਜੀ ਬਹੁਤ ਬਹੁਤ ਤੁਹਾਡਾ ਨਿੱਘਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਥੈਂਕ ਯੂ ਤੁਹਾਡਾ ਬਹੁਤ ਬਹੁਤ ਮੈਨੂੰ ਆਪਣੇ ਸਟੇਸ਼ਨ 'ਤੇ ਟਾਈਮ ਦੇਣ ਲਈ ਅਤੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਨਿੱਘਾ ਸਵਾਗਤ ਹੈ ਸੋ ਦੋਸਤੋ ਤੁਹਾਨੂੰ ਗੈਸਟ ਦੀ ਆਵਾਜ਼ ਸੁਣ ਰਹੀ ਹੈ ਤਾਂ ਤੁਸੀਂ ਜ਼ਰੂਰ ਦੱਸਣਾ ਅਗਰ ਕੋਈ ਇਸ਼ੂ ਹੋਈ ਤਾਂ ਜ਼ਰੂਰ ਦੱਸਣਾ ਵੈਸੇ ਤਾਂ ਆਵਾਜ਼ ਆਉਣੀ ਚਾਹੀਦੀ ਹੈ ਸੋ ਅਗਰ ਨਹੀਂ ਆ ਰਹੀ ਹੋਈ ਤਾਂ ਜ਼ਰੂਰ ਦੱਸਣਾ ਭਾਜੀ ਇੱਕ ਮਿੰਟ ਹੈਲੋ ਕਰਿਓ ਹੈਲੋ ਹਾਂਜੀ ਜੀ ਸੋ ਆਵਾਜ਼ ਆ ਰਹੀ ਹੈ ਸੋ ਦੋਸਤੋ ਆਸ ਕਰਦੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਏਗਾ ਕਿਉਂਕਿ ਅਸੀਂ ਗੱਲ ਕਰਦੇ ਹਾਂ ਜਦੋਂ ਸਕਸੈਸ ਦੇ ਬਾਰੇ ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਸਕਸੈਸਫੁਲ ਹੋਣਾ ਚਾਹੁੰਦਾ ਹਰ ਇੱਕ ਇਨਸਾਨ ਜਿਹੜਾ ਆ ਸਫਲਤਾ ਪ੍ਰਾਪਤ ਕਰਨਾ ਚਾਹੁੰਦਾ ਹੈ ਪਰ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਕਿ ਉਹ ਸਫਲਤਾ ਪ੍ਰਾਪਤ ਕਰ ਸਕੇ ਅਗੇਨ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਰਹੀ ਸੀ ਸਫਲਤਾ ਦੇ ਜਿਹੜੇ ਮਾਇਨੇ ਨੇ ਉਹ ਵੀ ਡਿਫਰੈਂਟ ਹੁੰਦੇ ਨੇ ਹਰ ਇੱਕ ਦੇ ਲਈ ਸੋ ਪਰਮਿੰਦਰ ਜੀ ਦੀ ਜ਼ੁਬਾਨੀ ਸੁਣਦੇ ਹਾਂ ਕਿ ਇਹਨਾਂ ਦਾ ਜਿਹੜਾ ਸਫ਼ਰ ਆ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਪਲੀਜ਼ ਜ਼ਰੂਰ ਸਰੋਤਿਆਂ ਨੂੰ ਦੱਸੋ ਕਿ ਤੁਸੀਂ ਪਿਛੋਕੜ ਤੁਹਾਡਾ ਕੀ ਆ ਕਿੱਥੋਂ ਤੁਸੀਂ ਪੜ੍ਹਾਈ ਕਰਕੇ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਇੱਥੇ ਕੈਨੇਡਾ ਦੇ ਵਿੱਚ ਸੋ ਮੈਂ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਔੜਮੁੜ ਦੇ ਨਾਲ ਮੇਰਾ ਪਿੰਡ ਹੈਗਾ ਉੱਥੇ ਬੋਰਨ ਹੋਇਆ ਜੀ ਅਤੇ ਉਹਦੇ ਤੋਂ ਬਾਅਦ ਮੇਰੀ ਐਜੂਕੇਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਤੇ ਰਹੀ ਜੀ ਅਤੇ 1990 ਦੇ ਵਿੱਚ ਫਿਰ ਮੈਂ ਕੈਨੇਡਾ ਆਇਆ ਸੋ ਮੇਰੇ ਵਾਈਫ ਇੱਥੇ ਆਲਰੇਡੀ ਰਹਿੰਦੇ ਸੀ ਉਹਨਾਂ ਨੇ ਮੈਨੂੰ ਬੁਲਾਇਆ ਇੱਥੇ ਸਪਾਂਸਰ ਕੀਤਾ ਸੀ ਜੀ ਅਤੇ 1990 ਤੋਂ ਲੈ ਕੇ ਸਰੀ ਡੈਲਟਾ ਦੇ ਏਰੀਏ ਦੇ ਵਿੱਚ ਅਸੀਂ ਸੈਟਲ ਹਾਂ ਅਤੇ ਮੇਰੇ 2 ਬੱਚੇ ਆ ਹੈਨਾ ਮੇਰੀ ਡਾਟਰ ਆ ਅਤੇ ਅਰਮਾਨ ਮੇਰਾ ਬੇਟਾ ਆ ਜੀ ਅਤੇ ਫੈਮਿਲੀ ਨੇ ਹਮੇਸ਼ਾ ਹੀ ਮੈਨੂੰ ਸਪੋਰਟ ਕੀਤਾ ਮੈਂ ਜੋ ਵੀ ਜ਼ਿੰਦਗੀ 'ਚ ਕਰਨਾ ਚਾਹਿਆ ਜੀ ਪਰ ਕਾਫੀ ਸਟਰਗਲਿੰਗ ਲਾਈਫ ਰਹੀ ਆ 90s ਦੇ ਵਿੱਚ ਕਾਫੀ ਡਿਫਰੈਂਟ ਮਾਹੌਲ ਸੀ ਜੀ ਅੱਜ ਵਰਗੀ ਓਪਰਚੁਨਿਟੀਜ਼ ਨਹੀਂ ਸੀਗੀਆਂ ਸੋ ਕਾਫੀ ਸਟਰਗਲਸ ਕਾਫੀ ਚੇਂਜਸ ਦੇ ਥਰੂ ਜਾ ਕੇ ਸੋ ਜਿਹੜੇ ਵੀ ਅੱਜ ਮੁਕਾਮ 'ਤੇ ਆ ਉਹ ਕੋਈ ਇੰਨੀ ਈਜ਼ੀ ਰੋਡ ਨਹੀਂ ਸੀ ਸੋ ਕਾਫੀ ਹਾਰਡ ਵਰਕ ਜਿਹੜਾ ਆ ਉਹ ਕਰਨਾ ਪਿਆ ਸਟਰਗਲਸ ਦੇ ਥਰੂ ਜਾ ਕੇ ਜੀ ਅਤੇ ਜੋ ਵੀ ਅੱਜ ਅਚੀਵ ਕੀਤਾ ਹੋਇਆ ਜੀ ਪਰਮਿੰਦਰ ਜੀ ਤੁਸੀਂ ਅਗਰ ਤੁਹਾਨੂੰ ਨਾ ਆਪਣੀ ਕਮਿਊਨਿਟੀ ਦੇ ਅਸੀਂ ਬਿਜ਼ਨਸ ਟਾਈਕੂਨ ਕਹੀਏ ਤਾਂ ਕੋਈ ਗਲਤ ਗੱਲ ਨਹੀਂ ਹੋਏਗੀ ਕਿਉਂਕਿ ਤੁਸੀਂ ਬਹੁਤ ਹੀ ਮੱਲਾਂ ਮਾਰੀਆਂ ਨੇ ਆਪਣੀ ਕਮਿਊਨਿਟੀ ਦੇ ਵਿੱਚ ਆਪਣਾ ਨਾਮ ਬਹੁਤ ਉੱਚਾ ਕੀਤਾ ਅਤੇ ਜਦੋਂ ਤੁਸੀਂ ਪਹਿਲਾਂ ਐਜ਼ ਅ ਇਮੀਗ੍ਰੈਂਟ ਆਏ ਉਦੋਂ ਤੁਹਾਨੂੰ ਕੀ ਔਕੜਾਂ ਆਈਆਂ ਜਾਂ ਤੁਸੀਂ ਤੁਹਾਡੀ ਪਹਿਲੀ ਜੋਬ ਕੀ ਸੀ ਆਪਾਂ ਪਹਿਲਾਂ ਤੁਹਾਡੇ ਬਾਰੇ ਕਿਉਂਕਿ ਮੇਰੇ ਮਕਸਦ ਇਹ ਆ ਇਹੋ ਜਿਹੀਆਂ ਗੱਲਾਂ ਪੁੱਛਣ ਦਾ ਤਾਂ ਕਿ ਅਸੀਂ ਲੋਕਾਂ ਨੂੰ ਐਨਕਰੇਜ ਕਰ ਸਕੀਏ ਕਿ ਜਿਹੜੀ ਸਫਲਤਾ ਆ ਉਹ ਅਗਰ ਅਸੀਂ ਮਿਹਨਤ ਕਰਾਂਗੇ ਤਾਂ ਅਸੀਂ ਪਾ ਸਕਦੇ ਹਾਂ ਤੁਹਾਡੀ ਤਰ੍ਹਾਂ ਸੋ ਤੁਹਾਡੀ ਸਭ ਤੋਂ ਪਹਿਲਾਂ ਜਿਹੜੀਆਂ ਮੁਸ਼ਕਿਲਾਂ ਤੁਹਾਨੂੰ ਆਈਆਂ ਜਾਂ ਕਿਸ ਤਰ੍ਹਾਂ ਦੀਆਂ ਜੋਬਸ ਤੁਸੀਂ ਕੀਤੀਆਂ ਅਤੇ ਕਿਸ ਤਰ੍ਹਾਂ ਤੁਹਾਨੂੰ ਫਿਰ ਅੱਗੇ ਵਧਣ ਦਾ ਮੌਕਾ ਮਿਲਿਆ ਸਭ ਤੋਂ ਪਹਿਲਾਂ ਤਾਂ ਮੇਰੀ ਲਾਈਫ ਦੇ ਵਿੱਚ ਜਿਹੜਾ ਆ ਲੈਂਗੁਏਜ ਬੈਰੀਅਰ ਮੈਨੂੰ ਸੀ ਜੀ ਮੈਂ ਪੜ੍ਹ ਸਕਦਾ ਸੀ ਲਿਖ ਸਕਦਾ ਸੀ ਇੰਗਲਿਸ਼ ਪਰ ਬੋਲਣ ਦੇ ਵਿੱਚ ਮੈਨੂੰ ਪ੍ਰੋਬਲਮ ਸੀ ਅਤੇ ਉਹਦੇ ਨਾਲ ਕਾਫੀ ਚੈਲੰਜ ਆਏ ਪਰ ਉਹਦੇ ਨਾਲ ਫਿਰ ਮੈਂ ਬੱਚਿਆਂ ਦੇ ਸ਼ੋਅ ਜਾਂ ਜਿਹੜੇ ਸੋਪ ਓਪਰਾ TV 'ਤੇ ਆਉਂਦੇ ਸੀ ਉਹ ਵਾਚ ਕਰਨੇ ਸਟਾਰਟ ਕੀਤੇ ਸੋ ਹੌਲੀ ਹੌਲੀ ਉਹ ਸਟਾਰਟ ਹੋਇਆ ਮੇਰੀ ਸਭ ਤੋਂ ਪਹਿਲੀ ਜਿਹੜੀ ਜੋਬ ਸੀ ਉਹ ਪਲਾਸਟਿਕ ਫੈਕਟਰੀ 'ਚ ਸੀ ਮਸ਼ੀਨ ਆਪਰੇਟਰ ਦੀ ਜੀ ਅਤੇ ਉੱਥੋਂ ਮੈਂ ਸਟਾਰਟ ਕੀਤਾ ਅਤੇ ਉਹਦੇ ਤੋਂ ਬਾਅਦ ਸਪਟੰਬਰ 'ਚ ਸਾਡੀ ਮੈਰਿਜ ਹੋਈ ਅਤੇ ਉਹ ਤੋਂ 15-20 ਦਿਨ ਤੋਂ ਬਾਅਦ ਮੈਂ ਜੋਬ ਸਟਾਰਟ ਕੀਤੀ ਦਸੰਬਰ ਦੇ ਵਿੱਚ ਕੰਮ ਸਲੋ ਹੋ ਗਿਆ ਉਹਨਾਂ ਨੇ ਮੈਨੂੰ ਲੇ ਆਫ ਕਰ ਦਿੱਤਾ ਅਤੇ ਉਹਦੇ ਤੋਂ ਬਾਅਦ ਫਿਰ ਮੈਂ ਪਲੰਬਿੰਗ ਦਾ ਕੰਮ ਸਟਾਰਟ ਕੀਤਾ ਮੇਰਾ ਇੱਕ ਫਰੈਂਡ ਚੰਡੀਗੜ੍ਹ ਯੂਨੀਵਰਸਿਟੀ ਅਸੀਂ ਇਕੱਠੇ ਸੀ ਉਹਦੀ ਪਲੰਬਿੰਗ ਕੰਪਨੀ ਸੀ ਅੱਛਾ ਜੀ ਸੋ ਉਹਨੇ ਕਿਹਾ ਤੁਹਾਡੇ ਕੋਲ ਕੰਮ ਨਹੀਂ ਹੈ ਕੋਈ ਤਾਂ ਤੂੰ ਮੇਰੇ ਨਾਲ ਆਣ ਕੇ ਕੰਮ ਸਟਾਰਟ ਕਰ ਲਾ ਅਤੇ ਫਿਰ ਮੈਂ ਉਹਦੇ ਨਾਲ ਪਲੰਬਿੰਗ ਸਟਾਰਟ ਕੀਤੀ
ਪਲੰਬਿੰਗ ਦੇ ਵਿੱਚ ਮੈਂ ਟਿਕਟ ਮੇਰੇ ਕੋਲ ਹੈ, ਟ੍ਰੇਡ ਕੁਆਲੀਫਿਕੇਸ਼ਨ ਟਿਕਟ ਹੈ ਪਲੰਬਿੰਗ ਦੀ। ਫਿਰ ਮੈਂ ਆਪਣੀ ਪਲੰਬਿੰਗ ਦੀ ਕੰਪਨੀ ਸਟਾਰਟ ਕੀਤੀ ਉਹਦੇ ਤੋਂ ਬਾਅਦ। ਅਤੇ ਪਲੰਬਿੰਗ ਦੇ ਵਿੱਚ ਕਾਫੀ ਔਕੜਾਂ ਆਉਂਦੀਆਂ ਸੀ ਉਸ ਵੇਲੇ, ਪੈਸੇ ਟਾਈਮ 'ਤੇ ਨਾ ਮਿਲਣੇ, ਕੰਮ 14 15 ਘੰਟੇ ਰੋਜ਼ ਕਰਕੇ ਫਿਰ ਵੀ ਐਂਡ 'ਤੇ ਜਾ ਕੇ ਪੈਸੇ ਟਾਈਮ 'ਤੇ ਨਾ ਮਿਲਣੇ। ਫਿਰ ਮੈਂ ਸੋਚਿਆ ਕਿ ਉਹ ਫੀਲਡ ਮੇਰੇ ਲਈ ਫਿਰ ਸਹੀ ਨਹੀਂ ਹੈ ਜੀ। ਅਤੇ ਉਹਦੇ ਤੋਂ ਚੇਂਜ ਕਰਕੇ ਫਿਰ ਮੈਂ ਸੈੱਲ ਫੋਨ ਬਿਜ਼ਨਸ ਜਿਹੜਾ ਆ, ਸੋ ਕੈਂਟੈਲ ਕੰਪਨੀ ਜਿਹਦੇ ਨਾਲ ਮੈਂ ਕੰਮ ਸਟਾਰਟ ਕੀਤਾ। ਸੋ ਕੈਂਟੈਲ ਦੇ ਮੇਰੇ 3 ਸਟੋਰ ਸੀਗੇ ਜੀ। ਅਤੇ ਕੈਂਟੈਲ ਤੋਂ ਬਾਅਦ ਫਿਰ ਕੋਈ ਮੇਰਾ ਫਰੈਂਡ ਆਇਆ, ਉਹਨੇ ਮੈਨੂੰ ਓਪਰਚੁਨਿਟੀ ਸ਼ੋਅ ਕੀਤੀ ਅਤੇ ਉਹਦੇ ਤੋਂ ਬਾਅਦ ਫਿਰ ਮੈਂ ਡਾਇਰੈਕਟ ਸੇਲਸ ਦੇ ਵਿੱਚ ਚਲਾ ਗਿਆ। ਸੋ ਜਦੋਂ ਡਾਇਰੈਕਟ ਸੇਲਸ ਚਲਾ ਗਿਆ ਮੈਂ ਬਹੁਤ ਸਕਸੈਸਫੁਲ ਹੋਇਆ ਉਹਦੇ ਵਿੱਚ, ਪਰ 6 ਮਹੀਨਿਆਂ ਦੇ ਅੰਦਰ ਹੀ ਕੰਪਨੀ ਨੂੰ ਕੋਈ ਪ੍ਰੋਬਲਮ ਆਈ ਤਾਂ ਕੰਪਨੀ ਜਿਹੜੀ ਸ਼ਟ ਡਾਊਨ ਹੋ ਗਈ। ਅੱਛਾ ਜੀ। ਸੋ ਉਹਦੇ ਤੋਂ ਬਾਅਦ ਉਹ ਸਾਰਾ ਕੁਝ ਸਟਾਪ ਹੋ ਗਿਆ। ਅੱਛਾ ਜੀ। ਅਤੇ ਬਸ 1 ਸਾਲ ਫਿਰ ਮੈਂ ਬ੍ਰੇਕ ਲਈ, ਕਿਉਂਕਿ ਕਾਫੀ ਬੰਦਿਆਂ ਨੇ ਮੇਰੇ ਥਰੂ ਪੈਸੇ ਇਨਵੈਸਟ ਕੀਤੇ ਸੀ ਉਹਦੇ 'ਚ ਜੀ, ਅਤੇ ਉਹ ਸਾਰਿਆਂ ਦੇ ਰੀਫੰਡ ਵਗੈਰਾ ਮੈਂ ਕਰਾਏ। ਅਤੇ 1 ਸਾਲ ਮੈਂ ਬ੍ਰੇਕ ਲਈ, ਕਿਉਂਕਿ ਮੇਰੇ ਲਈ ਲੋਕਾਂ ਦੇ ਨਾਲ ਕਨੈਕਸ਼ਨ ਜਾਂ ਰੈਪੂਟੇਸ਼ਨ ਜਿਹੜਾ ਉਹ ਸਭ ਤੋਂ ਇੰਪੋਰਟੈਂਟ ਹੈ। ਜੀ ਬਿਲਕੁਲ। ਅਤੇ ਉਹਨੂੰ ਬਚਾਉਣ ਦੇ ਲਈ 1 ਸਾਲ ਮੈਂ ਫਿਰ ਕੰਮ ਨਹੀਂ ਕੀਤਾ। ਉਹਦੇ ਤੋਂ ਬਾਅਦ ਵਿੱਚ ਫਿਰ ਮੇਰੇ ਇੱਕ ਫਰੈਂਡ ਇੰਡੀਆ ਤੋਂ ਆਏ, ਉਹਨਾਂ ਦੀ ਵਾਈਫ ਨੇ ਇੰਟਰਵਿਊ 'ਤੇ ਜਾਣਾ ਸੀ ਅਤੇ ਉਹ ਕਹਿੰਦੇ ਕਿ ਮੇਰੇ ਕੋਲ ਰਾਈਡ ਨਹੀਂ ਹੈ, ਮੈਨੂੰ ਰਾਈਡ ਦੇ ਦਿਓ ਜੀ। ਅਤੇ ਉਹਨਾਂ ਨੂੰ ਮੈਂ ਰਾਈਡ ਦੇਣ ਗਿਆ ਇੰਟਰਵਿਊ ਦੇ ਲਈ, ਤਾਂ ਜਿਹੜਾ ਬੰਦਾ ਇੰਟਰਵਿਊ ਕਰ ਰਿਹਾ ਸੀ ਉਹ ਮੈਨੂੰ ਕਹਿੰਦਾ ਤੁਸੀਂ ਵੀ ਆਫਿਸ 'ਚ ਆ ਜਾਓ। ਅੱਛਾ ਜੀ। ਮੈਂ ਕਿਹਾ ਜੋਬ ਦੇ ਲਈ ਤਾਂ ਉਹ ਆਏ, ਮੈਂ ਆਫਿਸ ਦੇ ਵਿੱਚ ਕੀ ਕਰਨਾ। ਜੀ। ਕਹਿੰਦਾ ਨੋ, ਯੂ ਕਮ ਐਂਡ ਸਿਟ ਡਾਊਨ ਐਂਡ ਦੇਖੋ ਕਿ ਜੋ ਮੈਂ ਸਮਝਾ ਰਿਹਾ ਤੁਸੀਂ ਵੀ ਸੁਣ ਲਓ। ਸੋ ਮੈਨੂੰ ਇੱਥੇ ਰਹਿਣ ਕਰਕੇ, ਉਹ RESP ਕੰਪਨੀ ਸੀ, ਇੱਥੇ ਰਹਿਣ ਕਰਕੇ ਮੈਨੂੰ ਨੌਲੇਜ ਜ਼ਿਆਦਾ ਸੀ RESP ਦੀ ਜੀ। ਸੋ ਮੈਂ ਉਹਨੂੰ ਕੁਐਸਚਨ ਕਰਨੇ ਸਟਾਰਟ ਕਰ ਦਿੱਤੇ ਅਤੇ ਕਾਫੀ ਚੇਂਜਿਸ 1998 ਦੇ ਵਿੱਚ ਗਵਰਨਮੈਂਟ ਨੇ ਕੀਤੀਆਂ ਸੀ RESP 'ਚ। ਸੋ ਰੈਸਟ੍ਰਿਕਸ਼ਨਸ ਕਾਫੀ ਲਿਫਟ ਕਰ ਦਿੱਤੀਆਂ ਸੀ ਅਤੇ ਉਹ ਮੈਂ ਇੰਟਰਸਟਿਡ ਹੋ ਗਿਆ ਕੰਮ ਕਰਨ ਦੇ ਲਈ। ਸੋ ਮੈਂ ਆਪਣੇ ਫਰੈਂਡ ਦੀ ਵਾਈਫ ਨੂੰ ਕਿਹਾ ਕਿ ਤੁਸੀਂ ਇਹਨਾਂ ਨਾਲ ਅਪੁਆਇੰਟਮੈਂਟ ਬਣਾ ਕੇ ਆਪਾਂ ਕੱਲ੍ਹ ਵਾਪਸ ਆਵਾਂਗੇ, ਦੈਨ ਲੈਟਸ ਜੁਆਇਨ। ਉਹਨਾਂ ਨੇ ਹਾਂਜੀ, ਉਹਨਾਂ ਨੇ ਅਪੁਆਇੰਟਮੈਂਟ ਬਣਾਈ ਅਤੇ ਨੈਕਸਟ ਡੇ ਉਹ ਕਹਿੰਦੇ ਕਿ ਉੱਥੇ ਸਿੱਧੇ ਮਿਲਾਂਗੇ। ਮੈਂ ਪਹੁੰਚ ਗਿਆ, ਉਹ ਕਦੀ ਪਹੁੰਚੇ ਨਹੀਂ ਉੱਥੇ। ਮੈਂ ਉਹ ਕੰਪਨੀ ਜੁਆਇਨ ਕਰ ਲਈ, ਉਹਨਾਂ ਨੇ ਕੀਤੀ ਨਹੀਂ। ਅੱਛਾ ਜੀ। ਸੋ ਇੱਦਾਂ ਮੇਰਾ ਫਾਈਨੈਂਸ਼ੀਅਲ ਸਰਵਿਸਿਜ਼ ਦਾ ਜਿਹੜਾ ਫੀਲਡ ਹੈ ਉਹਦੇ 'ਚ ਕੰਮ ਸਟਾਰਟ ਹੋਇਆ। ਸੋ ਸਭ ਤੋਂ ਪਹਿਲਾਂ ਫਾਈਨੈਂਸ਼ੀਅਲ ਫੀਲਡ ਦੇ ਵਿੱਚ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਦਾ ਕੰਮ ਮੈਂ ਸਟਾਰਟ ਕੀਤਾ। ਜੀ ਜੀ ਜੀ। ਮੈਂ ਵੀ ਪਰਸਨਲ, ਮੇਰਾ ਵੀ ਜਿਹੜਾ ਫੀਲਡ ਹੈਗਾ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨਸ ਹੀ ਕਰਦੀ ਆ ਰਹੀ ਹਾਂ ਮੈਂ ਵੀ 18 ਸਾਲ ਤੋਂ। ਸੋ ਆਸ ਰੱਖ ਸਕਦੀ ਹਾਂ ਕਿ ਮੈਂ ਵੀ ਤੁਹਾਡੀ ਤਰ੍ਹਾਂ ਇੱਕ ਦਿਨ ਸਫਲ ਹੋ ਸਕਦੀ ਹਾਂ। ਬਿਲਕੁਲ ਬਿਲਕੁਲ, ਹਾਰਡ ਵਰਕ ਆਲਵੇਜ਼ ਪੇਜ਼ ਆਫ। ਜੀ ਬਿਲਕੁਲ। ਕੰਪਨੀ ਇੱਥੇ ਹੈਗੀ ਗਲੋਬਲ ਐਜੂਕੇਸ਼ਨਲ ਮਾਰਕੀਟਿੰਗ ਕਾਰਪੋਰੇਸ਼ਨ। ਜੀ ਜੀ। ਉਹਨੂੰ ਐਕਚੁਅਲੀ ਪ੍ਰੋਪਰਲੀ ਸਟਾਰਟ BC 'ਚ ਕਰਨ ਵਾਲਾ ਮੈਂ ਹੀ ਹਾਂ। ਸੋ ਆਈ ਵਾਜ਼ ਦੀ ਫਸਟ ਵਨ। ਕਾਫੀ ਮੇਰੀ ਉਹਦੇ 'ਚ ਸਕਸੈਸ ਹੋਈ ਆ। ਫਿਰ ਉਹਦੇ ਤੋਂ ਚੇਂਜ ਕਰਕੇ ਮੈਂ ਇੱਕ ਦੂਸਰੀ ਕੰਪਨੀ ਦੇ ਵਿੱਚ ਗਿਆ, ਉਹਦੇ 'ਚ ਕੰਮ ਕੀਤਾ। ਉਹਦੇ ਤੋਂ ਬਾਅਦ ਫਿਰ ਮੇਰਾ ਲਾਈਫ ਇੰਸ਼ੋਰੈਂਸ ਦਾ ਜਿਹੜਾ ਬਿਜ਼ਨਸ ਆ, ਸਫਰ ਆ, ਉਹ ਸਟਾਰਟ ਹੋਇਆ 2003 ਦੇ ਵਿੱਚ ਜੀ। ਅਤੇ ਫਿਰ ਹੌਲੀ ਹੌਲੀ RESP ਤੋਂ ਚੇਂਜ ਕਰਕੇ ਮੈਂ ਲਾਈਫ ਇੰਸ਼ੋਰੈਂਸ ਦੇ ਵਿੱਚ ਜ਼ਿਆਦਾ ਫੋਕਸ ਹੋ ਗਿਆ। ਜੀ 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 ਬਿਲਕੁਲ। ਇਹ ਇੱਕ ਇਹੋ ਜਿਹਾ ਫੀਲਡ ਹੈਗਾ ਕਿ ਲੋਕਾਂ ਨੂੰ ਪੈਂਦੀ ਆ ਜ਼ਰੂਰਤ ਲਾਈਫ ਇੰਸ਼ੋਰੈਂਸਿਸ ਦੀ। ਸਾਨੂੰ ਪਤਾ ਆ ਕਿ ਜ਼ਿੰਦਗੀ ਦੇ ਵਿੱਚ ਕਈ ਵਾਰ ਅਸੀਂ ਇਹੋ ਜਿਹੇ ਮੁਕਾਮ 'ਤੇ ਪਹੁੰਚ ਜਾਂਦੇ ਹਾਂ ਕਿ ਅਸੀਂ ਆਪਣੇ ਪਰਿਵਾਰ ਦਾ ਜਿਹੜਾ ਖਿਆਲ ਨਹੀਂ ਰੱਖ ਸਕਦੇ, ਲੁੱਕ ਆਫਟਰ ਨਹੀਂ ਕਰ ਸਕਦੇ ਅਗਰ ਕਿਸੇ ਮੈਂਬਰ ਨੂੰ ਕੋਈ ਇਹੋ ਜਿਹੀ ਬਿਮਾਰੀ ਲੱਗ ਜਾਂਦੀ ਜਿਹਤੇ ਬਹੁਤ ਜ਼ਿਆਦਾ ਖਰਚਾ ਹੋਣਾ ਹੋਵੇ। ਲੇਟਲੀ ਸਾਡੀ ਕਮਿਊਨਿਟੀ ਦੇ ਵਿੱਚ ਇਸ ਤਰ੍ਹਾਂ ਹੋ ਕੇ ਵੀ ਹਟਿਆ। ਇੱਕ ਛੋਟਾ ਜਿਹਾ ਬੱਚਾ ਬਹੁਤ ਇਹੋ ਜਿਹੀ ਬਿਮਾਰੀ ਦੇ ਨਾਲ ਜੂਝ ਰਿਹਾ ਸੀ ਅਤੇ ਆਪਣੀ ਕਮਿਊਨਿਟੀ ਨੇ ਇੰਨਾ ਪੈਸਾ ਇਕੱਠਾ ਕੀਤਾ ਕਿ ਉਹ ਬੱਚਾ ਹੁਣ ਇਲਾਜ ਕਰਵਾ ਸਕਦਾ ਹੈ ਜੀ। ਸੋ ਇਹੋ ਜਿਹੇ ਮਾੜੇ ਸਮੇਂ ਦੇ ਲਈ ਇੰਸ਼ੋਰੈਂਸਿਸ ਕਰਾ ਕੇ ਰੱਖਣਾ ਬਹੁਤ ਹੀ ਚੰਗੀ ਗੱਲ ਆ। ਅਤੇ ਲਓ ਜੀ, ਇੱਕ ਦੋਸਤੋ ਛੋਟੀ ਜਿਹੀ ਬ੍ਰੇਕ ਲੈਂਦੇ ਆ, ਬਹੁਤ ਹੀ ਜਲਦੀ ਆਉਂਦੇ ਵਾਪਸ।
ਜੀ ਵੈਲਕਮ ਬੈਕ ਦੋਸਤੋ, ਤੁਸੀਂ ਸੁਣ ਰਹੇ ਹੋ ਕਮਲ ਔਜਲਾ ਨੂੰ ਰੇਡੀਓ ਪੰਜਾਬ ਤੇ। ਇਸ ਵਕਤ ਅਸੀਂ ਫੇਸਬੁੱਕ, YouTube ਲਾਈਵ, ਏਕਤਾ TV ਲਾਈਵ ਵੀ ਆ। ਸਾਡੇ ਨਾਲ ਸਟੂਡੀਓ ਦੇ ਵਿੱਚ ਗੈਸਟ ਸ਼ਾਮਲ ਨੇ, ਉਹਨਾਂ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ। ਸਫਲਤਾ ਦੇ ਬਾਰੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕਿ ਜ਼ਿੰਦਗੀ ਦੇ ਵਿੱਚ ਸਫਲ ਹੋਣ ਦੇ ਲਈ ਹਰ ਇੱਕ ਇਨਸਾਨ ਕੋਸ਼ਿਸ਼ ਕਰਦਾ ਹੈ, ਪਰ ਹਰ ਇੱਕ ਇਨਸਾਨ ਦੀ ਕੋਸ਼ਿਸ਼ ਜਿਹੜੀ ਆ ਕਾਮਯਾਬ ਨਹੀਂ ਹੁੰਦੀ। ਬਹੁਤ ਸਾਰੇ ਇਨਸਾਨ ਇਹੋ ਜਿਹੇ ਨੇ ਜਿਹੜੇ ਕੋਸ਼ਿਸ਼ ਕਰਕੇ ਰਾਹ ਦੇ ਵਿੱਚ ਹੀ ਥੱਕ ਜਾਂਦੇ ਨੇ, ਗਿਵ ਅਪ ਕਰ ਦਿੰਦੇ ਨੇ। ਕੁਛ ਇਹੋ ਜਿਹੇ ਇਨਸਾਨ ਹੁੰਦੇ ਆ ਜਿਹੜੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਨਾ ਮੰਨਣ ਦੀ ਠਾਣ ਲੈਂਦੇ ਆ ਅਤੇ ਆਪਣੇ ਮੁਕਾਮ 'ਤੇ ਜ਼ਰੂਰ ਪਹੁੰਚ ਜਾਂਦੇ ਆ। ਉਹਨਾਂ ਇਨਸਾਨਾਂ ਦੇ ਵਿੱਚੋਂ ਇੱਕ ਇਨਸਾਨ ਹੈ ਪਰਮਿੰਦਰ ਸਿੰਘ ਚੌਹਾਨ ਜੀ, ਜੋ ਕਿ ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਵਕਤ ਹਾਜ਼ਰ ਨੇ। ਉਹਨਾਂ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ। ਪਰਮਿੰਦਰ ਜੀ, ਤੁਸੀਂ ਵੈਲਕਮ ਬੈਕ। ਥੈਂਕ ਯੂ ਜੀ। ਹੁਣ ਅਸੀਂ ਗੱਲ ਕਰਦੇ ਹਾਂ ਤੁਹਾਡੀ ਸਕਸੈਸ ਦੇ ਬਾਰੇ। ਅਸੀਂ ਪਹਿਲਾਂ ਤੁਹਾਡੀ ਹਾਰਡਸ਼ਿਪ ਦੇ ਬਾਰੇ ਗੱਲ ਕਰ ਲਈ ਆ ਕਿ ਤੁਸੀਂ ਕਿਸ ਤਰ੍ਹਾਂ ਹਾਰਡ ਵਰਕ ਕੀਤਾ। ਇੱਕ ਆਮ ਇਨਸਾਨ ਜਦੋਂ ਇਮੀਗ੍ਰੈਂਟ ਇੰਡੀਆ ਤੋਂ ਆਉਂਦਾ ਹੈ ਕੈਨੇਡਾ ਦੇ ਵਿੱਚ, ਅਤੇ ਉਸ ਨੂੰ ਜ਼ਿੰਦਗੀ ਦੇ ਵਿੱਚ ਕੀ ਮੁਸ਼ਕਲਾਂ ਆਉਂਦੀਆਂ, ਔਕੜਾਂ ਆਉਂਦੀਆਂ, ਉਹ ਤੁਸੀਂ ਸਾਰੀਆਂ ਦਾ ਸਾਹਮਣਾ ਕੀਤਾ। ਅਤੇ ਫਿਰ ਤੁਸੀਂ ਇਹ ਵੀ ਦੱਸਿਆ ਕਿ ਤੁਸੀਂ ਫਾਈਨੈਂਸ਼ੀਅਲ ਜਿਹੜੀ ਗਰੁੱਪ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਸ਼ਾਮਲ ਕਰ ਲਿਆ, ਉਹਦੇ ਵਿੱਚ ਸਫਲ ਹੋਏ ਆ। ਅਤੇ ਜਦੋਂ ਤੁਸੀਂ ਸ਼ੁਰੂ ਕੀਤਾ ਇਹ ਆਪਣਾ ਸਫ਼ਰ, ਉਦੋਂ ਤੁਹਾਨੂੰ ਕਿਹੋ ਜਿਹੀਆਂ ਔਕੜਾਂ ਆਉਂਦੀਆਂ ਸੀ? ਇੰਗਲਿਸ਼ ਲੈਂਗੁਏਜਿਸ ਦੀ ਤਾਂ ਤੁਸੀਂ ਲੈਂਗੁਏਜ ਦਾ ਬੈਰੀਅਰ ਤਾਂ ਪਹਿਲਾਂ ਹੀ ਤੁਸੀਂ ਕਲੀਅਰ ਕਰ ਲਿਆ ਕਿ ਚਲੋ ਸਿੱਖ ਲਈ, ਅਤੇ ਹੋਰ ਕਿਹੜੀਆਂ ਔਕੜਾਂ ਆਈਆਂ? ਕਿਉਂਕਿ ਇਸ ਫੀਲਡ ਦੇ ਵਿੱਚ ਵੀ ਅਗਰ ਦੇਖਿਆ ਜਾਵੇ ਬਹੁਤ ਸਾਰੀਆਂ ਜਿਹੜੀਆਂ ਚੈਲੰਜਿਸ ਆਉਂਦੇ ਆ। ਚੈਲੰਜਿਸ ਦੇ ਨਾਲ ਜਦੋਂ ਤੁਹਾਨੂੰ ਕੰਪੀਟੀਸ਼ਨ ਬਹੁਤ ਮਿਲਦੇ ਆ, ਸੋ ਤੁਹਾਨੂੰ ਇਹੋ ਜਿਹੇ ਕੋਈ ਚੈਲੰਜਿਸ ਆਏ? ਕੰਪੀਟੀਸ਼ਨ ਜਦੋਂ ਹੁੰਦਾ ਆ, ਇੱਕ ਟਾਊਨ ਦੇ ਵਿੱਚ ਰਹਿੰਦੇ ਆ, ਉਹ ਵੀ ਸਰੀ ਵਰਗੇ ਸ਼ਹਿਰ ਦੇ ਵਿੱਚ, ਬਹੁਤ ਸਾਰੇ ਇੱਥੇ ਲੋਕ ਨੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਇਹੋ ਜਿਹੀਆਂ ਫਰਮਸ ਨੇ, ਅਤੇ ਉਹਨਾਂ ਸਭ ਦੇ ਵਿੱਚੋਂ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਅੱਗੇ ਪੁਸ਼ ਕੀਤਾ? ਕਿਸੇ ਵੀ ਫੀਲਡ ਦੇ ਵਿੱਚ, ਕਿਉਂਕਿ ਜਦੋਂ ਮੈਂ ਇੰਡੀਆ ਤੋਂ ਆਇਆ ਸੀ ਮੇਰੀ ਕੋਈ ਬਿਜ਼ਨਸ ਬੈਕਗਰਾਊਂਡ ਨਹੀਂ ਸੀ। ਅੱਛਾ ਜੀ। ਮੈਂ ਸਾਰਾ ਕੁਝ ਇੱਥੇ ਹੀ ਸਿੱਖਿਆ ਜੀ। ਸਭ ਤੋਂ ਜ਼ਿਆਦਾ ਅਹਿਮੀਅਤ ਮੇਰੀ ਲਾਈਫ ਦੇ ਵਿੱਚ ਜਿਹੜੀ ਆ ਉਹ ਰਿਲੇਸ਼ਨਸ਼ਿਪਸ ਨੂੰ ਮੈਂ ਦਿੰਦਾ ਜੀ। ਅਤੇ ਜੋ ਮੇਰੇ ਮੂੰਹ 'ਤੇ ਆ ਉਹੀ ਜੋ ਮੈਂ ਕਹਿ ਦਿੱਤਾ ਉਹੀ ਰਿਐਲਿਟੀ ਆ। ਬਹੁਤ ਵਧੀਆ ਗੱਲ ਹੈ। ਸੋ ਡਬਲ ਫੇਸ ਲਾਈਫ ਜਿਹੜੀ ਆ ਉਹਨੂੰ ਮੈਂ ਜੀਂਦਾ ਨਹੀਂ ਜੀਆ। ਬਿਲਕੁਲ ਸਹੀ। ਅਤੇ ਦੋਸਤਾਂ ਨੂੰ ਮੈਂ ਹਮੇਸ਼ਾ ਪ੍ਰੈਫਰੈਂਸ ਦਿੰਦਾ। ਉਹਦੇ ਵਿੱਚ ਮੇਰੀ ਲਾਸਟ ਟਰਾਈ ਹੁੰਦੀ ਕਿ ਕਿਸੇ ਦੇ ਨਾਲ ਮੇਰੀ ਰਿਲੇਸ਼ਨਸ਼ਿਪ ਜਿਹੜੀ ਆ ਉਹ ਖਰਾਬ ਹੋਵੇ ਜੀ। ਸੋ ਕਮਿਊਨਿਟੀ ਦਾ ਬਹੁਤ ਯੋਗਦਾਨ ਆ। ਮੇਰੇ ਜਿਹੜੇ ਟੀਮ ਮੈਂਬਰ ਮੇਰੇ ਨਾਲ ਰਹੇ ਆ ਜੀ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਸਟਰਗਲਸ ਮੈਨੂੰ ਬਹੁਤ ਆਈਆਂ, ਇਸ ਕਰਕੇ ਕਈ ਬਿਜ਼ਨਸ ਚੇਂਜ ਕਰਨੇ ਪਏ, ਪਰ ਮੇਰੀ ਫੈਮਿਲੀ ਦੀ ਸਪੋਰਟ ਜਿਹੜੀ ਆ ਉਹ ਸਭ ਤੋਂ ਵੱਡਾ ਥੰਮ ਸੀ। ਮੇਰੇ ਵਾਈਫ ਜਿਹੜੇ ਆ, ਮੈਂ ਕੁਛ ਵੀ ਕੀਤਾ ਉਹ ਕਈ ਵਾਰੀ ਹੁੰਦਾ ਕਿ ਆਈ ਵਾਜ਼ ਥਿੰਕਿੰਗ ਲਾਈਕ ਅ ਕ੍ਰੇਜ਼ੀ ਪਰਸਨ। ਜਿਹੜੀਆਂ ਚੀਜ਼ਾਂ ਮੈਂ ਕਰਨੀਆਂ ਚਾਹੁੰਦਾ ਸੀ, ਕਈ ਵਾਰੀ ਲੋਕ ਸੋਚਦੇ ਆ, ਈਵਨ ਤੁਹਾਡੇ ਫੈਮਿਲੀ ਮੈਂਬਰ ਸੋਚਦੇ ਆ, ਪੋਸੀਬਲ ਨਹੀਂ ਹੈ। ਬਿਲਕੁਲ, ਕਈ ਵਾਰ ਹੁੰਦਾ। ਪਰ ਉਹਨਾਂ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ। ਬੱਚਿਆਂ ਨੇ ਕਦੀ ਕੁਐਸਚਨ ਨਹੀਂ ਕੀਤਾ ਜੋ ਵੀ ਮੈਂ ਕਰਨਾ ਚਾਹਿਆ ਜੀ। ਪਰ ਜਿਹੜਾ ਹਾਰਡ ਵਰਕ ਆ, ਬੜੀ ਵਾਰੀ ਲਾਈਫ ਦੇ ਵਿੱਚ ਸਾਨੂੰ ਚੈਲੰਜ ਆਉਂਦੇ, ਅਸੀਂ ਫੇਲ ਹੁੰਦੇ ਹਾਂ, ਫੇਲ ਵੀ ਹੁੰਦੇ ਹਾਂ। ਬਿਲਕੁਲ। ਕਿਉਂਕਿ ਇੱਕ ਵਾਰੀ ਫੇਲ ਹੋਣਾ ਡਜ਼ ਨਾਟ ਮੀਨ ਕਿ ਤੁਸੀਂ ਲਾਈਫ 'ਚ ਹਮੇਸ਼ਾ ਹੀ ਫੇਲ ਹੋਣਾ। ਬਿਲਕੁਲ ਜੀ। ਸੋ ਹਰ ਇੱਕ ਫੇਲੀਅਰ ਜਿਹੜਾ ਸਾਨੂੰ ਉਹ ਲਾਇਸੈਂਸ ਟੀਚ ਕਰਦਾ, ਉਹਦੇ ਤੋਂ ਆਪਾਂ ਸਿੱਖਦੇ ਹਾਂ। ਸਿੱਖ ਕੇ ਤੁਸੀਂ ਨਵੀਂ ਚੀਜ਼ ਅਡੋਪਟ ਕਰੋ ਜੀ, ਲਾਈਫ ਦੇ ਵਿੱਚ ਚੇਂਜ ਲੈ ਕੇ ਆਓ। ਜਿਹੜਾ ਸਟੈਪ ਤੁਹਾਨੂੰ ਸੈੱਟ ਬੈਕ ਦਿੰਦਾ ਉਹਨੂੰ ਰਿਪੀਟ ਨਾ ਕਰੋ, ਉਹਦੇ ਤੋਂ ਲਰਨ ਕਰੋ, ਅੱਗੇ ਵਧੋ ਜੀ। ਜਿਹੜੀ ਚੀਜ਼ ਤੁਸੀਂ ਠਾਣ ਲਈ, ਜਿਹੜਾ ਡਰੀਮ ਤੁਸੀਂ ਦੇਖ ਲਿਆ, ਉਹਨੂੰ ਵਿਜ਼ਨ ਕਰੋ ਜੀ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਕਿਹਾ ਕਿ ਅਗਰ ਕੋਈ ਚੀਜ਼ ਤੁਹਾਨੂੰ ਡਿਸਕਰੇਜ ਕਰਦੀ ਆ ਅਤੇ ਉਹਨੂੰ ਤੁਸੀਂ ਭੁੱਲ ਜਾਓ ਅਤੇ ਅੱਗੇ ਵਧੋ। ਪਰ ਕਈ ਵਾਰ ਪਰਮਿੰਦਰ ਬਹੁਤ ਹਾਰਡ ਹੁੰਦਾ ਕਿ ਤੁਸੀਂ ਕੋਈ ਚੀਜ਼ ਤੁਹਾਨੂੰ ਤੁਹਾਡੇ ਰਾਹ ਦੇ ਵਿੱਚ ਰੋੜਾ ਬਣ ਰਹੀ, ਜਾਂ ਕੋਈ ਬੰਦਾ ਤੁਹਾਡੇ ਰਾਹ ਦੇ ਵਿੱਚ ਰੋੜਾ ਬਣ ਰਿਹਾ। ਕਿਉਂਕਿ ਅੱਜ ਕੱਲ੍ਹ ਦਾ ਜ਼ਮਾਨਾ ਇਹੋ ਜਿਹਾ ਕਿ ਹਰ ਕੋਈ ਚਾਹੁੰਦਾ ਕਿ ਮੇਰੀ ਸਕਸੈਸ ਹੋਵੇ, ਹੋਰ ਕਿਸੇ ਦੀ ਨਾ ਹੋਵੇ, ਮੈਂ ਅੱਗੇ ਹੋਵਾਂ, ਹੋਰ ਕੋਈ ਨਾ ਹੋਵੇ। ਅਤੇ ਜਦੋਂ ਇਹੋ ਜਿਹੇ ਜ਼ਮਾਨੇ ਦੇ ਵਿੱਚ ਤੁਸੀਂ ਅੱਗੇ ਵੱਧ ਰਹੇ ਹੁੰਦੇ ਆ, ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ, ਅਤੇ ਕਈ ਵਾਰ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਅਤੇ ਉਸ ਨਿਰਾਸ਼ਾ ਨੂੰ ਕਿਸ ਤਰ੍ਹਾਂ ਅਸੀਂ ਹੈਂਡਲ ਕਰੀਏ? ਬਹੁਤੀ ਵਾਰੀ ਕੀ ਹੁੰਦਾ, ਅਸੀਂ ਇਸ ਚੀਜ਼ ਨੂੰ ਸੋਚਦੇ ਰਹਿੰਦੇ ਹਾਂ, ਜੇ ਮੈਂ ਇਹ ਕੰਮ ਕਰ ਦਿੱਤਾ ਲੋਕ ਕੀ ਮੈਨੂੰ ਕਹਿਣਗੇ ਜੀ। ਸਭ ਤੋਂ ਪਹਿਲਾਂ ਸਾਨੂੰ ਅੰਡਰਸਟੈਂਡ ਕਰਨਾ ਜ਼ਰੂਰੀ ਹੈ, ਸਾਡੀ ਜਿਹੜੀ ਲਾਈਫ ਆ ਉਹ ਸਾਡੀ ਲਾਈਫ ਆ। ਅਸੀਂ ਡਿਸਾਈਡ ਕਰਨਾ ਉਹਨੂੰ ਕਿੱਦਾਂ ਜੀਣਾ ਜੀ, ਕਿਹੜੀ ਡਾਇਰੈਕਸ਼ਨ 'ਚ ਉਹਨੂੰ ਲੈ ਕੇ ਜਾਣਾ। ਬੜੀ ਵਾਰੀ ਅਸੀਂ ਹੁੰਦਾ
ਕਿ ਜੇ ਮੈਂ ਆਹ ਕੰਮ ਕਰ ਲਿਆ ਲੋਕ ਕੀ ਕਹਿਣਗੇ। ਜੀ ਬਿਲਕੁਲ। ਸੋ ਜੇ ਤੁਸੀਂ ਲੋਕਾਂ ਨੂੰ ਖੁਸ਼ ਕਰਦੇ ਰਹੇ ਤੁਸੀਂ ਆਪਣੀ ਲਾਈਫ 'ਚ ਅੱਗੇ ਨਹੀਂ ਵੱਧ ਸਕਦੇ। ਅੱਛਾ ਜੀ। ਤੁਹਾਨੂੰ ਆਪਣੇ ਬਾਰੇ ਜਿਹੜਾ ਆ ਜ਼ਰੂਰ ਸੋਚਣਾ ਪਏਗਾ ਜੀ। ਸੋ ਮੇਰੇ ਬਿਜ਼ਨਸ ਦੇ ਵਿੱਚ ਮਾਰਕੀਟ ਦੇ ਵਿੱਚ ਇੰਨਾ ਕੰਪੀਟੀਸ਼ਨ ਆ, ਲੋਕ ਤਰ੍ਹਾਂ ਤਰ੍ਹਾਂ ਦੀਆਂ ਐਡਾਂ ਰਨ ਕਰਦੇ ਰਹਿੰਦੇ ਆ। ਸੋ ਬੜੇ ਮੈਨੂੰ ਫੋਨ ਆਉਂਦੇ ਆ, ਉਹ ਕਹਿੰਦੇ ਕਿ ਫਲਾਨਾ ਇਹ ਕਹਿ ਰਿਹਾ, ਫਲਾਨਾ ਇਹ ਕਹਿ ਰਿਹਾ। ਮੇਰੇ ਬਾਰੇ ਚੰਗੀਆਂ ਗੱਲਾਂ ਵੀ ਲੋਕ ਕਰਦੇ ਆ ਜੀ, ਮੇਰੇ ਬਾਰੇ ਕਈ ਦੂਸਰੀਆਂ ਗੱਲਾਂ ਵੀ ਲੋਕ ਕਰਦੇ ਆ ਜੀ, ਪਰ ਮੈਂ ਆਪਣੇ ਫੋਕਸ ਦੇ ਵਿੱਚ ਰੱਖ ਕੇ ਆਪਣੀ ਲਾਈਫ ਨੂੰ ਅੱਗੇ ਵੱਧਦਾ ਰਹਿੰਦਾ। ਮੈਂ ਲੋਕਾਂ ਵੱਲ ਧਿਆਨ ਨਹੀਂ ਦਿੰਦਾ ਕਿ ਲੋਕ ਮੇਰੇ ਬਾਰੇ ਕੀ ਕਹਿੰਦੇ ਆ ਜੀ, ਕਿਉਂਕਿ ਉਹਨਾਂ ਗੱਲਾਂ ਜਿਹੜੀਆਂ ਉਹਨਾਂ ਨੇ ਕਰਨੀਆਂ ਉਹ ਉਹਨਾਂ ਦਾ ਬਿਜ਼ਨਸ ਆ। ਸੋ ਮੇਰਾ ਬਿਜ਼ਨਸ ਆ, ਜਿਹੜੀ ਚੀਜ਼ ਦਾ ਮੈਨੂੰ ਪਤਾ ਕਿ ਕਿੱਦਾਂ ਦਾ ਮੈਂ ਬੰਦਾ ਆ ਜੀ, ਮੈਂ ਅੱਗੇ ਵਧਣਾ ਚਾਹੁੰਦਾ। ਸੋ ਬੜੇ ਲੋਕ ਤੁਹਾਨੂੰ ਜਦੋਂ ਤੁਸੀਂ ਅੱਗੇ ਵਧ ਰਹੇ ਹੋ ਡਿਸਟਰੈਕਟ ਕਰਨ ਦੀ ਟਰਾਈ ਕਰਦੇ, ਬਿਲਕੁਲ ਉਹਦੇ ਤੋਂ ਦੂਰ ਰਹਿ ਕੇ ਫੋਕਸ ਰਹਿ ਕੇ ਅੱਗੇ ਚੱਲਦੇ ਜਾਓ। ਜੀ ਜੀ ਜੀ। ਸੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਅਸੀਂ ਆਪਣੇ ਆਪ ਨੂੰ ਪਹਿਚਾਣੀਏ, ਅਸੀਂ ਕੀ ਕਰਨ ਦੇ ਕਾਬਲ ਹੈਗੇ ਆ, ਕੀ ਕਰਨ ਦੇ ਯੋਗ ਹੈਗੇ ਆ, ਉਸ ਗੱਲ ਨੂੰ ਪਹਿਲਾਂ ਢਟੋਲ ਲਈਏ ਚੰਗੀ ਤਰ੍ਹਾਂ ਆਪਣੇ ਵਿੱਚੋਂ ਤੇ ਫਿਰ ਇੱਕ ਸੇਧ ਬਣਾ ਕੇ ਉਸ ਤੇ ਚੱਲਦੇ ਰਹੀਏ। ਲੋਕ ਕੀ ਕਹਿੰਦੇ ਆ, ਲੋਕਾਂ ਦਾ ਕੰਮ ਆ ਕਹਿਣਾ। ਕਹਿੰਦੇ ਹੁੰਦੇ ਆ, ਮੇਰੇ ਦਾਦੀ ਨਾ ਇੱਕ ਕਹਾਵਤ ਪਾਉਂਦੇ ਹੁੰਦੇ ਸੀ ਹਮੇਸ਼ਾ ਕਿ ਦਾਤੀ ਨੂੰ ਇੱਕ ਪਾਸੇ ਦੰਦੇ ਹੁੰਦੇ, ਲੋਕਾਂ ਨੂੰ ਦੋਨੋਂ ਪਾਸੇ ਹੁੰਦੇ ਆ। ਤੇ ਇਹ ਗੱਲ ਮੈਂ ਵੀ ਜ਼ਿਹਨ 'ਚ ਬਿਠਾਈ ਹੋਈ ਆ। ਸੋ ਦੋਸਤੋ ਲੋਕਾਂ ਦਾ ਫਿਕਰ ਨਹੀਂ ਕਰਨਾ ਚਾਹੀਦਾ। ਅਗਰ ਅਸੀਂ ਚਾਹੁੰਦੇ ਹਾਂ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚੀਏ ਤੇ ਲੋਕਾਂ ਨੂੰ ਪਿੱਛੇ ਛੱਡ ਕੇ, ਕਿਉਂਕਿ ਲੋਕ ਕੌਣ ਆ, ਅਸੀਂ ਆ, ਅਸੀਂ ਤੁਸੀਂ ਲੋਕ ਆ, ਰਾਈਟ। ਅਸੀਂ ਅਗਰ ਆਪਣੇ ਆਪ ਤੇ ਫੋਕਸ ਕਰੀਏ ਤੇ ਇਹ ਜਿਹੜਾ ਬਾਕੀ ਦਾ ਸਾਰਾ ਪਿੱਛੇ ਛੱਡ ਸਕਦੇ ਆ। ਤੇ ਤੁਸੀਂ ਜਿਹੜੀ ਬੁੱਕ ਲਿਖੀ ਆ ਇੱਕ, ਉਹਦੇ ਵਿੱਚ ਤੁਸੀਂ ਆਪਣੀ ਸਫਲਤਾ ਦੇ ਰਾਜ਼ ਦੱਸੇ ਆ, 10 ਰਾਜ਼ ਦੱਸੇ ਆ। ਹਾਂਜੀ, ਮੈਂ ਚਾਹੂੰਗੀ ਕਿ ਤੁਸੀਂ 10 ਦੇ 10 ਹੀ ਨਾ ਬਰੀਫਲੀ ਸਾਡੇ ਸਰੋਤਿਆਂ ਦੇ ਨਾਲ, ਸਾਡੇ ਵਿਊਅਰਸ ਦੇ ਨਾਲ ਜ਼ਰੂਰ ਸ਼ੇਅਰ ਕਰੋ, ਕਿਉਂਕਿ ਉਹ ਜ਼ਿੰਦਗੀ ਦੇ ਵਿੱਚ ਇੱਕ ਸਟੋਨ ਕਿਸ ਤਰ੍ਹਾਂ ਸੈੱਟ ਕਰਨਾ ਹਰ ਇੱਕ ਇਨਸਾਨ ਹੈ, ਉਸ ਦੇ ਵੱਲ ਪ੍ਰੇਰਿਤ ਕਰਦੇ ਆ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਕੀਤਾ ਕਿ ਅੰਡਰਸਟੈਂਡ ਯੋਰ ਵਾਈ। ਹਾਂਜੀ ਹਾਂਜੀ, ਪਹਿਲਾ ਤੇ ਇਹ ਆਪਣੇ ਆਪ ਨੂੰ ਕਿਸ ਤਰ੍ਹਾਂ ਸਮਝਣਾ ਆ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਕਈ ਵਾਰੀ ਕਿ ਉੱਦਾਂ ਲੋਕਾਂ ਦੇ ਦੱਸੇ ਦਸਾਏ ਕਿਸੇ ਦੇ ਪਿੱਛੇ ਲੱਗ ਕੇ ਆਪਾਂ ਕੰਮ ਸਟਾਰਟ ਕਰ ਲੈਂਦੇ ਆ ਜੀ, ਪਰ ਸਾਡਾ ਪੈਸ਼ਨ ਨਹੀਂ ਹੁੰਦਾ ਉਸ ਚੀਜ਼ ਦਾ ਜੀ। ਸਾਨੂੰ ਸਭ ਤੋਂ ਪਹਿਲਾਂ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਆ ਕਿ ਜਿਹੜਾ ਵੀ ਕੰਮ ਅਸੀਂ ਕਰਨਾ ਚਾਹੁੰਦੇ ਆ ਉਹ ਕਿਉਂ ਕਰਨਾ ਚਾਹੁੰਦੇ ਆ। ਅੱਛਾ ਜੀ, ਵਾਈ ਤਾਂ ਹੀ ਇੰਪੋਰਟੈਂਟ ਆ ਕਿਉਂਕਿ ਜੇ ਉਹਦੇ ਨਾਲ ਤੁਹਾਡੀਆਂ ਹੋਰ ਚੀਜ਼ਾਂ ਕਨੈਕਟਡ ਨਹੀਂ ਹੈਗੀਆਂ ਇੱਕ ਚੀਜ਼ ਦੇ ਨਾਲ, ਉਹ ਪੋਸੀਬਲ ਨਹੀਂ ਹੈ ਕਰਨਾ ਜੀ। ਤੁਹਾਡੀ ਬਰਨਿੰਗ ਡਿਜ਼ਾਇਰ ਹੋਣੀ ਚਾਹੀਦੀ, ਜਿਹੜੀ ਚੀਜ਼ ਵੀ ਤੁਸੀਂ ਕਰਨੀ ਹੈ, ਪੈਸ਼ਨ ਹੋਣਾ ਚਾਹੀਦਾ ਕਿਉਂ ਉਹਨੂੰ ਕਰਨਾ ਚਾਹੁੰਦੇ ਆ। ਪੇਪਰ ਪੈਨ ਲੈ ਕੇ ਸਾਨੂੰ ਲਿਖਣਾ ਚਾਹੀਦਾ ਕਿ ਮੈਂ ਇਸ ਫੀਲਡ ਦੇ ਵਿੱਚ ਜਾਣਾ ਚਾਹੁੰਦਾ, ਕਿਉਂ ਜਾਣਾ ਚਾਹੁੰਦਾ। ਅੱਛਾ ਜੀ, ਜੇ ਮੈਂ ਇਸ ਫੀਲਡ ਦੇ ਵਿੱਚ ਜਾਣਾ, ਕਿਹਨੂੰ ਹੈਲਪ ਕਰਨੀ ਹੈ, ਕਿਹੜੀਆਂ ਚੀਜ਼ਾਂ ਹੋਰ ਇਹਦੇ ਨਾਲ ਕਨੈਕਟਡ ਹੈ ਜਿਨ੍ਹਾਂ ਨੇ ਮੇਰੀ ਲਾਈਫ ਨੂੰ ਚੇਂਜ ਕਰਨਾ। ਸੋ ਇਸ ਕਰਕੇ ਵਾਈ ਬਹੁਤ ਵੱਡਾ ਇੰਪੋਰਟੈਂਟ ਕੁਐਸਚਨ ਆ ਕੁਛ ਵੀ ਚੀਜ਼ ਸ਼ੁਰੂ ਕਰਨ ਤੋਂ ਪਹਿਲਾਂ। ਕਿਸੇ ਦੇ ਪਿੱਛੇ ਲੱਗ ਕੇ ਚੀਜ਼ ਕੋਈ ਸਟਾਰਟ ਨਾ ਕਰੋ। ਜਿਹੜੀ ਚੀਜ਼ ਤੁਸੀਂ ਲਾਈਕ ਕਰਦੇ ਆ, ਕਰਨੀ ਚਾਹੁੰਦੇ ਆ, ਤੁਹਾਡਾ ਪੈਸ਼ਨ ਆ। ਕਈ ਵਾਰੀ ਸਾਡੇ ਆਈਡਲ ਹੁੰਦੇ ਲਾਈਫ ਦੇ ਵਿੱਚ ਜਿਨ੍ਹਾਂ ਦੇ ਵਰਗੇ ਅਸੀਂ ਬਣਨਾ ਚਾਹੁੰਦੇ। ਸੋ ਤੁਹਾਨੂੰ ਅੰਡਰਸਟੈਂਡ ਕਰਨਾ ਜ਼ਰੂਰੀ ਹੈ ਕਿਉਂ ਤੁਸੀਂ ਉਹਨਾਂ ਦੇ ਵਰਗਾ ਬਣਨਾ ਚਾਹੁੰਦੇ ਆ। ਅੱਛਾ ਜੀ, ਕਿਉਂਕਿ ਕਈ ਬੰਦੇ ਜਿੱਦਾਂ ਹੁਣ ਮੇਰੇ ਆਈਡਲ ਬ੍ਰਾਇਨ ਟ੍ਰੇਸੀ ਆ ਜੀ। ਸਭ ਤੋਂ ਪਹਿਲਾਂ ਮੈਂ ਉਹਨਾਂ ਦੀਆਂ ਟੇਪਾਂ, ਵੀਡੀਓ ਸਾਰਾ ਕੁਝ ਦੇਖਦਾ ਰਿਹਾ। ਅੱਛਾ ਜੀ, ਉਹਨਾਂ ਵਰਗਾ ਮੈਂ ਕਿਉਂ ਬਣਨਾ ਚਾਹੁੰਦਾ ਕਿਉਂਕਿ ਉਹਨਾਂ ਨੇ 200 ਤੋਂ ਉੱਪਰ ਕਿਤਾਬਾਂ ਲਿਖੀਆਂ ਜੀ, 5 ਮਿਲੀਅਨ ਬੰਦਿਆਂ ਤੋਂ ਉੱਪਰ ਉਹ ਸੈਮੀਨਾਰ ਕਰ ਚੁੱਕੇ ਵਰਲਡ ਵਾਈਡ। ਸੋ ਵਨ ਆਫ ਦੀ ਟਾਪ ਮੋਟੀਵੇਸ਼ਨਲ ਸਪੀਕਰਸ ਇਨ ਦ ਵਰਲਡ। ਸੋ ਬੜੀ ਦੁਨੀਆ ਨੂੰ ਉਹ ਇੰਸਪਾਇਰ ਕਰਦੇ ਆ ਜੀ। ਸੋ ਮੇਰਾ ਮੇਨ ਫੋਕਸ ਸੀ ਕਿ ਆਪਣੀ ਲਾਈਫ ਚੇਂਜ ਕਰਨ ਦੇ ਨਾਲ ਦੂਸਰੇ ਲੋਕਾਂ ਨੂੰ ਮੈਂ ਕਿੱਦਾਂ ਇੰਸਪਾਇਰ ਕਰ ਸਕਦਾ। ਜੇ ਮੈਂ ਉਹਨਾਂ ਦੀ ਲਾਈਫ ਦੇ ਵਿੱਚ ਛੋਟੀ ਜਿਹੀ ਚੇਂਜ ਦਾ ਵੀ ਰੀਜ਼ਨ ਬਣਦਾ, ਦੈਟ ਇਜ਼ ਅ ਹਿਊਜ ਅਚੀਵਮੈਂਟ ਫॉर ਮੀ। ਬਿਲਕੁਲ, ਜਿਹਨੂੰ ਮਨੀ ਰਿਪਲੇਸ ਨਹੀਂ ਕਰ ਸਕਦੀ ਜੀ। ਬਿਲਕੁਲ ਸਹੀ ਗੱਲ ਆ। ਸੋ ਆਪਣੇ ਆਪ ਨੂੰ ਅੰਡਰਸਟੈਂਡ ਕਰਨਾ ਕਿ ਮੈਂ ਜਿਹੜਾ ਵੀ ਕੰਮ ਕਰਨਾ ਚਾਹੁੰਦਾ, ਕਿਉਂ ਕਰਨਾ ਚਾਹੁੰਦਾ, ਕਿਸੇ ਦੇ ਪਿੱਛੇ ਲੱਗ ਕੇ ਤਾਂ ਨਹੀਂ ਕਰ ਰਿਹਾ। ਸੋ ਅਗਰ ਕਿਸੇ ਦੇ ਪਿੱਛੇ ਲੱਗਾਂਗੇ, ਓਬਵੀਅਸਲੀ ਦੁਨੀਆ ਦੇ ਵਿੱਚ ਅਸੀਂ ਦੋਸਤੋ ਸਾਰੇ ਜਾਣਦੇ ਹਾਂ ਕਿ ਹਰ ਇੱਕ ਇਨਸਾਨ ਨਾ ਇੱਕ ਹੀ ਬਣਾਇਆ ਪਰਮਾਤਮਾ ਨੇ, ਉਹਦੇ ਵਰਗਾ ਕੋਈ ਦੂਸਰਾ ਨਹੀਂ ਹੋ ਸਕਦਾ। ਸੋ ਸਾਨੂੰ ਆਪਣੀ ਪਹਿਚਾਣ ਬਣਾਉਣੀ ਚਾਹੀਦੀ ਆ। ਅਗਰ ਕਿਸੇ ਵਰਗਾ ਬਣਨ ਦੀ ਕੋਸ਼ਿਸ਼ ਕਰਾਂਗੇ ਤਾਂ ਜ਼ਿੰਦਗੀ 'ਚ ਕਦੇ ਜਿਹੜੇ ਕਾਮਯਾਬ ਨਹੀਂ ਹੋ ਸਕਦੇ। ਸੋ ਦੂਸਰੀ ਤੁਹਾਡੀ ਬੁੱਕ ਦੇ ਵਿੱਚ ਆ ਜਾਂਦਾ ਕਿ ਗ੍ਰੈਟੀਟਿਊਡ, ਸ਼ੁਕਰਾਨਾ ਅਸੀਂ ਕਿਸ ਦਾ ਕਰੀਏ।
ਜਿਹੜੇ ਵੀ ਬੰਦੇ ਨੇ ਸਾਡੀ ਲਾਈਫ ਦੇ ਵਿੱਚ ਕਿਸੇ ਵੀ ਚੀਜ਼ ਲਈ ਕੋਈ ਕਦੀ ਕੰਮ ਆਇਆ, ਆਪਾਂ ਭੁੱਲ ਜਾਂਦੇ ਆ, ਆਪਾਂ ਚੀਜ਼ਾਂ ਗਰੰਟੀ ਲੈ ਲੈਂਦੇ ਆ। ਈਵਨ ਫੈਮਿਲੀ ਮੈਂਬਰਸ ਹੀ ਲੈ ਲਓ, ਹਸਬੈਂਡ ਵਾਈਫ ਜਦੋਂ ਇੱਕ ਦੂਜੇ ਨੂੰ ਸਪੋਰਟ ਕਰਦੇ ਆ, ਕਿਸੇ ਸਕਸੈਸ ਦਾ ਰੀਜ਼ਨ ਬਣਦੇ ਆ। ਕਈ ਵਾਰੀ ਤੁਹਾਡੇ ਫਰੈਂਡ ਤੁਹਾਨੂੰ ਪੁਸ਼ ਕਰਦੇ ਆ ਕਿਸੇ ਡਾਇਰੈਕਸ਼ਨ 'ਚ ਜਾਣ ਦੇ ਲਈ, ਉਹਨਾਂ ਨੂੰ ਪਤਾ ਹੁੰਦਾ ਤੁਹਾਡਾ ਪੋਟੈਂਸ਼ੀਅਲ ਮੇ ਵੀ ਜ਼ਿਆਦਾ ਆ, ਤੁਸੀਂ ਆਪਣੀ ਇਨਪੁਟ ਘੱਟ ਪਾ ਰਹੇ ਆ, ਉਹ ਤੁਹਾਨੂੰ ਇਨਕਰੇਜ ਕਰਦੇ ਅਗਲੇ ਲੈਵਲ ਤੇ ਜਾਣ ਦੇ ਲਈ। ਤਾਂ ਉਸ ਚੀਜ਼ ਨੂੰ ਆਪਾਂ ਨੂੰ ਯਾਦ ਰੱਖਣਾ ਚਾਹੀਦਾ, ਜਿਹੜਾ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਹਾਡੇ ਲਈ ਖੜਾ ਹੋਇਆ ਉਸ ਬੰਦੇ ਨੂੰ ਭੁੱਲਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਤੁਸੀਂ ਕਿਹਾ ਫੈਮਿਲੀ ਮੈਂਬਰਸ, ਵੈਸੇ ਬਿਲਕੁਲ ਸਹੀ ਗੱਲ ਆ। ਸਭ ਤੋਂ ਪਹਿਲਾਂ ਤਾਂ ਵੈਸੇ ਫੈਮਿਲੀ ਮੈਂਬਰਸ ਹੀ ਆਉਂਦੇ ਆ। ਹਾਂਜੀ ਫੈਮਿਲੀ ਮੈਂਬਰਸ ਅਗਰ ਤੁਸੀਂ ਉਹਨਾਂ ਨੂੰ ਗ੍ਰੈਟੀਟਿਊਡ ਨਹੀਂ ਦਿਖਾਉਂਦੇ, ਉਹਨਾਂ ਦਾ ਸ਼ੁਕਰਾਨਾ ਨਹੀਂ ਕਰਦੇ, ਉਹਨਾਂ ਨੂੰ ਉਹਨਾਂ ਦੀ ਜਿੰਨੀ ਵੀ ਹੈਲਪ ਮਿਲਦੀ ਹੈ ਸਾਨੂੰ ਉਹਨੂੰ ਅਪਰੀਸ਼ੀਏਟ ਨਹੀਂ ਕਰਦੇ, ਤਾਂ ਫਿਰ ਅੱਗੇ ਵਧਣਾ ਮੁਸ਼ਕਿਲ ਆ। ਕਈ ਵਾਰੀ ਲਾਈਫ ਦੇ ਵਿੱਚ ਆਪਾਂ ਫਰਸਟ੍ਰੇਟਡ ਹੋ ਜਾਂਦੇ ਆ, ਕਿਉਂਕਿ ਜਦੋਂ ਕੋਈ ਸਟਰਗਲ ਕੋਈ ਚੈਲੰਜ ਆਉਂਦਾ ਆਪਾਂ ਫਰਸਟ੍ਰੇਟ ਹੋ ਜਾਂਦੇ ਆ, ਡਿਸਟਰੈਕਟ ਹੋ ਜਾਂਦੇ ਆ। ਉਸ ਟਾਈਮ ਤੇ ਹਮੇਸ਼ਾ ਯਾਦ ਰੱਖੋ ਜਿਹੜੇ ਬੰਦੇ ਨੇ ਤੁਹਾਡੇ ਲਾਈਫ ਦੇ ਵਿੱਚ ਕਦੀ ਕੁਛ ਕੀਤਾ, ਜਿਹੜਾ ਤੁਹਾਨੂੰ ਪੋਜ਼ਿਟਿਵ ਫੀਡਬੈਕ ਦਿੰਦਾ, ਫੋਨ ਚੱਕੋ, ਫੋਨ ਡਾਇਲ ਕਰੋ, ਉਸ ਬੰਦੇ ਦੇ ਨਾਲ ਗੱਲ ਕਰੋ। ਉਹ ਬੰਦਾ ਹਮੇਸ਼ਾ ਤੁਹਾਡੀ ਜਿਹੜੀ ਸਪਿਰਿਟ ਹੈ ਉਹਨੂੰ ਲਿਫਟ ਅਪ ਕਰੇਗਾ। ਬਿਲਕੁਲ, ਕਿਉਂਕਿ ਉਹ ਤੁਹਾਡਾ ਵੈਲ ਵਿਸ਼ਰ ਹੈ ਤੇ ਉਹਦੇ ਨਾਲ ਤੁਸੀਂ ਜਿਹੜਾ ਆ ਡਿਸਟਰੈਕਸ਼ਨ ਤੋਂ ਪਰੇ ਹਟ ਕੇ, ਫਰਸਟ੍ਰੇਸ਼ਨ ਤੋਂ ਪਰੇ ਹਟ ਕੇ ਤੁਸੀਂ ਫੋਕਸ ਰਹਿੰਦੇ। ਬਿਲਕੁਲ ਸਹੀ ਗੱਲ ਆ। ਹੁਣ ਕਈ ਵਾਰ ਲੈਟਸ ਸੇ ਸਾਡਾ ਕੋਈ ਦਿਨ ਦੇ ਵਿੱਚ ਕੋਈ ਚੰਗਾ ਐਕਸਪੀਰੀਅੰਸ ਨਹੀਂ ਰਿਹਾ, ਵੀ ਹੈਵਿੰਗ ਅ ਬੈਡ ਡੇ, ਤੇ ਰਾਤ ਨੂੰ ਨੀਂਦ ਨਹੀਂ ਆ ਰਹੀ, ਤੇ ਤੁਸੀਂ ਕੋਈ ਚੰਗੀ ਗੱਲ ਬਾਰੇ ਸੋਚਣਾ ਸ਼ੁਰੂ ਕਰ ਦਿਓ, ਹੈ ਨਾ। ਚੰਗੀ ਗੱਲ ਬਾਰੇ ਜਿਹੜੀ ਕਿ ਪੋਜ਼ੀਟਿਵ ਕੋਈ ਵੀ ਗੱਲ ਹੋਈ ਆ, ਉਹ ਤੁਹਾਡੀ ਮੈਂਟੈਲਿਟੀ ਬਿਲਕੁਲ ਚੇਂਜ ਕਰ ਦਿੰਦੀ ਹੈ, ਸੋਚ ਬਿਲਕੁਲ ਬਦਲ ਦਿੰਦੀ ਹੈ। ਇਸੇ ਤਰ੍ਹਾਂ ਜਿਹੜੇ ਤੁਹਾਡੇ ਵੈਲ ਵਿਸ਼ਰਸ ਆ, ਤੁਹਾਡਾ ਚੰਗਾ ਚਾਹੁਣ ਵਾਲੇ ਲੋਕ ਹੈਗੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ, ਭਾਵੇਂ ਉਹ ਘਰ ਦੇ ਨੇ, ਦੋਸਤ ਨੇ, ਕੰਮਾਂ 'ਤੇ ਤੁਹਾਡੇ ਕੋਈ ਹੈਗਾ, ਜਾਂ ਤੁਹਾਡੇ ਆਂਢ ਗੁਆਂਢ 'ਚ ਕੋਈ ਵੀ ਹੈਗਾ, ਕੋਈ ਨਾ ਕੋਈ ਤੁਹਾਨੂੰ ਪਤਾ ਹੁੰਦਾ ਕੋਈ ਜ਼ਰੂਰ ਹੈਗਾ ਤੁਹਾਡੇ ਆਲੇ ਦੁਆਲੇ ਜਿਹੜਾ ਤੁਹਾਡੀ ਸਫਲਤਾ ਚਾਹੇਗਾ, ਜਿਹੜਾ ਤੁਹਾਡਾ ਕੁਛ ਚੰਗਾ ਹੀ ਹੋਵੇ ਉਹੀ ਚਾਹੇਗਾ। ਸੋ ਇਹੋ ਜਿਹੇ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਹੱਤਤਾ ਦਿਓ ਜ਼ਰੂਰ। ਤੇ ਉਸ ਤੋਂ ਬਾਅਦ ਤੁਸੀਂ ਬੁੱਕ ਦੇ ਵਿੱਚ ਗੱਲ ਕੀਤੀ ਆ ਕਿ ਟ੍ਰੇਨ ਯੋਰ ਬ੍ਰੇਨ, ਆਪਣੇ ਬ੍ਰੇਨ ਨੂੰ ਕਿਸ ਤਰ੍ਹਾਂ ਟ੍ਰੇਨ ਕਰਨਾ, ਕਿਉਂਕਿ ਬ੍ਰੇਨ ਆ ਜਿਹੜਾ ਇਹ ਤਾਂ ਹਮੇਸ਼ਾ ਇੱਕ ਥਾਂ ਕਦੀ ਨਹੀਂ ਟਿਕਦਾ। ਇੱਕ ਸੈਕਿੰਡ ਦੇ ਵਿੱਚ ਸਾਡੇ ਬ੍ਰੇਨ 'ਚ ਕਿੰਨੀਆਂ ਥਾਟਸ ਆਉਂਦੀਆਂ, ਮਨ ਦੇ ਵਿੱਚ ਕਿੰਨੀਆਂ ਥਾਟਸ ਆਉਂਦੀਆਂ, ਅਸੀਂ ਸਾਰੀਆਂ ਨੂੰ ਤਾਂ ਡੀਲ ਨਹੀਂ ਕਰ ਸਕਦੇ। ਸੋ ਅਸੀਂ ਇਸ ਨੂੰ ਕਿਸ ਤਰ੍ਹਾਂ ਟ੍ਰੇਨ ਕਰੀਏ ਕਿ ਅਸੀਂ ਫੋਕਸ ਕਰ ਸਕੀਏ ਜੋ ਜ਼ਿੰਦਗੀ ਦੇ ਵਿੱਚ ਪਾਉਣਾ ਚਾਹੁੰਦੇ ਹਾਂ। ਸੇਮ ਤਰੀਕੇ ਦੇ ਨਾਲ ਜਿੱਦਾਂ ਆਪਾਂ ਕਹਿੰਦੇ ਕਿ ਆਪਾਂ ਪਾਠ ਕਰਨਾ ਚਾਹੁੰਦੇ ਹਾਂ, ਜਦੋਂ ਆਪਾਂ ਪਾਠ ਕਰਨਾ ਸਟਾਰਟ ਕਰਦੇ ਹਾਂ ਸਾਡਾ ਮਨ ਭਟਕਦਾ ਇੱਧਰ ਉੱਧਰ, ਪਰ ਆਪਣੇ ਬ੍ਰੇਨ ਨੂੰ ਟ੍ਰੇਨਡ ਕਰਨਾ ਪੈਂਦਾ, ਇੱਕ ਦਿਨ 'ਚ ਨਹੀਂ ਇਹ ਚੀਜ਼ ਹੁੰਦੀ। ਸੋ ਤੁਸੀਂ ਵਿਜ਼ੂਅਲਾਈਜ਼ ਕਰੋ। ਮੈਂ ਐਕਸਰਸਾਈਜ਼ ਕੀ ਕਰਦਾ, ਜਦੋਂ ਵੀ ਐਵਰੀ ਡੇ ਬਿਫੋਰ ਆਈ ਗੋ ਟੂ ਬੈਡ, ਮੈਂ ਜੋ ਵੀ ਜ਼ਿੰਦਗੀ ਦੇ ਵਿੱਚ ਕਰਨਾ ਚਾਹੁੰਦਾ, ਮੇਰਾ ਜੋ ਇੱਕ ਮਹੀਨੇ ਦਾ, 1 ਸਾਲ ਦਾ, 3 ਸਾਲ ਦਾ, 5 ਸਾਲ ਦਾ, 10 ਸਾਲ ਦਾ ਅਗਲਾ ਪਲਾਨ ਹੈ, ਮੈਂ ਇਹਨੂੰ ਵਿਜ਼ੂਅਲਾਈਜ਼ ਕਰਦਾ। ਅੱਛਾ ਜੀ। ਕਿਉਂਕਿ ਇਹ ਐਕਸਰਸਾਈਜ਼ ਹੈ, ਤੁਹਾਨੂੰ ਰੈਗੂਲਰਲੀ ਕਰਨੀ ਪੈਣੀ ਹੈ। ਅੱਛਾ ਜੀ। ਸੋ ਤੁਸੀਂ ਆਪਣੇ ਬ੍ਰੇਨ ਨੂੰ ਦੱਸਣਾ ਕਿ ਨਹੀਂ ਮੈਂ ਇਸ ਡਾਇਰੈਕਸ਼ਨ 'ਚ ਜਾਣਾ ਚਾਹੁੰਦਾ। ਸੋ ਕਈ ਵਾਰੀ ਸਾਡਾ ਦਿਲ ਕੁਛ ਹੋਰ ਕਹਿੰਦਾ, ਬ੍ਰੇਨ ਸਾਡਾ ਕੁਛ ਹੋਰ ਕਹਿੰਦਾ। ਸੋ ਤਾਂ ਹੀ ਸਾਡੇ ਵਿੱਚ ਡਾਊਟ ਜਿਹੜਾ ਕ੍ਰੀਏਟ ਹੁੰਦਾ, ਸਕਸੈਸ ਦਾ ਡਾਊਟ ਤਾਂ ਹੀ ਕ੍ਰੀਏਟ ਹੁੰਦਾ ਜੇ ਦੋਨੋਂ ਚੀਜ਼ਾਂ ਨੂੰ ਤੁਸੀਂ ਟ੍ਰੇਨ ਕਰ ਲਿਆ ਸੇਮ ਵੇ ਥਿੰਕ ਕਰਨ ਦੇ ਲਈ। ਸੋ ਨੋਬਡੀ ਕੈਨ ਸਟਾਪ ਯੂ, ਪਰ ਉਹਦੇ ਲਈ ਟਾਈਮ ਲੱਗਦਾ। ਸੋ ਬੈਠ ਕੇ 10-15 ਮਿੰਟ ਬੈਠ ਕੇ ਸੋਚੋ, ਇਕੱਲੇ ਬੈਠ ਜਾਓ ਜੀ। ਸੋ ਇਕੱਲੇ ਬੈਠ ਕੇ ਆਫਿਸ ਦੇ ਵਿੱਚ ਕਈ ਵਾਰੀ ਮੈਂ ਆਪਣਾ ਡੋਰ ਬੰਦ ਕਰਕੇ ਇਕੱਲਾ ਬੈਠ ਕੇ ਫਿਰ ਮੈਂ ਸੋਚਦਾ ਜੀ, ਉਹਨੂੰ ਸਾਰੀ ਪਲੈਨਿੰਗ ਸਟੈਪ ਸਾਰੇ ਜਿਹੜੇ ਆ ਉਹ ਮੈਂ ਵਿਜ਼ੂਅਲਾਈਜ਼ ਕਰਦਾ। ਰਾਤ ਦੀ ਵਿਜ਼ੂਅਲਾਈਜ਼ੇਸ਼ਨ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਆ, ਕਿਉਂਕਿ ਜੋ ਵੀ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸੋਚਦੇ ਆ ਜੀ, ਉਹ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਜਾਂਦਾ। ਬਿਲਕੁਲ ਸਹੀ ਗੱਲ ਤੁਹਾਡੀ। ਸੋ ਜਦੋਂ ਆਪਾਂ ਸੌਂ ਜਾਂਦੇ ਆ ਸਾਡਾ ਸਬਕੌਂਸ਼ੀਅਸ ਮਾਈਂਡ ਉਹਦੇ ਤੇ ਕੰਮ ਕਰਦਾ ਰਹਿੰਦਾ। ਇਹ ਪ੍ਰਮਾਤਮਾ ਨੇ ਸਾਨੂੰ ਇੰਨੀ ਵੱਡੀ ਤਾਕਤ ਦਿੱਤੀ ਆ, ਤੁਹਾਡਾ ਸਿਸਟਮ ਆਟੋਮੈਟਿਕਲੀ ਕੰਮ ਕਰਦਾ ਰਹਿੰਦਾ ਬਿਨਾਂ ਸੋਚਦੇ ਹੋਏ, ਸੁੱਤੇ ਹੋਏ ਵੀ। ਬਿਲਕੁਲ, ਜਦੋਂ ਤੁਸੀਂ ਸਵੇਰੇ ਉੱਠਣਾ ਜੀ ਤੁਸੀਂ ਸਰਪ੍ਰਾਈਜ਼ ਅਮੇਜ਼ ਰਹਿ ਜਾਓਗੇ ਕਿ ਕਈ ਵਾਰੀ ਸਵੇਰੇ ਸੁੱਤੇ ਉੱਠਦੇ ਤੁਹਾਡੇ ਕੋਲ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਸਾਹਮਣੇ ਹੁੰਦਾ ਜੀ, ਕਿਉਂਕਿ ਦਿਮਾਗ ਨੇ ਰਾਤੋਂ ਰਾਤ ਸੋਲੂਸ਼ਨ ਲੱਭ ਲਿਆ ਕੰਮ ਕਰਕੇ। ਹਾਂਜੀ ਬਿਲਕੁਲ। ਸੋ ਫਾਰ ਜਿਹੜੀ ਸਕਸੈਸਫੁਲ ਬਣਨ ਦੇ ਲਈ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਤਾਂ ਆਪਣੇ ਆਪ ਨੂੰ ਪ੍ਰਿਪੇਅਰ ਕਰੀਏ। ਬਿਲਕੁਲ। ਦੂਸਰੀ ਗੱਲ ਆ ਕਿਸੇ ਦਾ ਬਿਲਕੁਲ ਕਿਸੇ ਬਾਹਰਲੇ ਬੰਦੇ ਦਾ ਫਿਕਰ ਨਾ ਕਰੀਏ, ਕੋਈ ਵੀ ਲੈਗ ਪੁਲਿੰਗ ਕਰ ਰਿਹਾ ਉਹਦੀ ਬਿਲਕੁਲ ਪਰਵਾਹ ਨਾ ਕਰੀਏ। ਤੇ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਬੰਦੇ ਸਾਡਾ ਭਲਾ ਸੋਚਦੇ ਨੇ
ਉਹਨਾਂ ਦੇ ਸ਼ੁਕਰਗੁਜ਼ਾਰ ਹੋਈਏ, ਬਿਲਕੁਲ, ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਹੱਤਤਾ ਦਈਏ, ਇੰਪੋਰਟੈਂਸ ਦਈਏ। ਤੇ ਉਸ ਤੋਂ ਬਾਅਦ ਆ ਗਿਆ ਕਿ ਆਪਣੇ ਹੁਣ ਸਾਰਾ ਆਲਾ ਦੁਆਲਾ ਸਾਡਾ ਹੁਣ ਠੀਕ ਆ, ਤੇ ਹੁਣ ਅਸੀਂ ਕੰਮ ਸ਼ੁਰੂ ਕਰ ਦਈਏ, ਬ੍ਰੇਨ ਨੂੰ ਆਪਣੇ ਨੂੰ ਟ੍ਰੇਨ ਕਰਨਾ ਸ਼ੁਰੂ ਕਰ ਦਿੱਤਾ। ਆਪਣਾ 10-5 ਸਾਲ ਦਾ ਲੰਬਾ ਗੋਲ ਦੇਖ ਲਿਆ ਕਿ ਅਸੀਂ ਕਿੱਥੇ ਪਹੁੰਚਣਾ ਹੈ। ਬਿਲਕੁਲ। ਇੱਕ ਚੀਜ਼ ਮੈਂ ਇੱਥੇ ਕਰਨੀ ਚਾਹੁੰਦਾ ਕਿ ਪੋਜ਼ਿਟਿਵ ਬੰਦੇ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਹੈ ਜੀ, ਉਹਨਾਂ ਦਾ ਕਿਉਂ ਥੈਂਕ ਯੂ ਕਰਦੇ ਆ ਜੀ, ਕਿਉਂਕਿ ਜੋ ਅਸੀਂ ਆਪਣੀ ਬਾਡੀ 'ਚ ਪਾਉਂਦੇ ਆ ਜੀ, ਉਹ ਹੀ ਬਾਹਰ ਨਿਕਲਦਾ, ਰਿਟਰਨ 'ਚ ਉਹ ਹੀ ਮਿਲਣਾ। ਬਿਲਕੁਲ, what goes around ਜੇ comes ਆਪਾਂ around। ਨੈਗੇਟਿਵਿਟੀ ਅੰਦਰ ਪਾਉਂਦੇ ਆ, ਹਾਂਜੀ, ਤੇ ਨੈਗੇਟਿਵਿਟੀ ਹੀ ਬਾਹਰ ਨਿਕਲਦੀ ਆ। ਬਿਲਕੁਲ। ਸੋ ਜਦੋਂ ਆਪਾਂ ਕਿਸੇ ਦਾ ਥੈਂਕ ਯੂ ਕਰਦੇ ਆ, ਉਹ ਪੋਜ਼ਿਟਿਵਿਟੀ 'ਚ ਚੇਂਜ ਹੁੰਦਾ। ਸੋ ਸਾਡੇ ਥਾਟ, ਥਿੰਕਿੰਗ, ਸਾਰਾ ਕੁਝ ਪੋਜ਼ਿਟਿਵ ਡਾਇਰੈਕਸ਼ਨ 'ਚ ਜਾਣਾ ਸਟਾਰਟ ਹੋ ਜਾਂਦਾ। ਤੇ ਜਦੋਂ ਅਸੀਂ ਪੋਜ਼ਿਟਿਵ ਥਿੰਕ ਕਰਦੇ ਆ ਤਾਂ ਫਿਰ ਜਿਹੜਾ ਆ ਪੋਜ਼ਿਟਿਵ ਚੀਜ਼ਾਂ ਹੋਣੀਆਂ ਆਟੋਮੈਟਿਕਲੀ ਸਟਾਰਟ ਹੋ ਜਾਂਦੀਆਂ। ਓਕੇ, ਇੱਕ ਪ੍ਰਬੰਧਕ ਜੀ, ਇੱਕ ਗੱਲ ਇੱਥੇ ਮੈਨੂੰ ਇੱਕ ਪਰਸਨਲ ਐਕਸਪੀਰੀਅੰਸ ਤੋਂ ਮੈਂ ਕਹਿਣਾ ਚਾਹਾਂਗੀ ਕਿ ਅਸੀਂ ਬਾਹਰਲੇ ਲੋਕਾਂ ਦਾ ਨੂੰ ਗ੍ਰੈਟੀਟਿਊਡ ਦਿਖਾਉਣਾ, ਥੈਂਕ ਯੂ ਕਹਿਣਾ, ਸ਼ੁਕਰੀਆ ਕਹਿਣਾ ਸਾਡੇ ਲਈ ਬਹੁਤ ਈਜ਼ੀ ਆ। ਕਈ ਵਾਰ ਜਿਹੜੇ ਸਾਡੇ ਲਵਡ ਵਨਸ ਹੁੰਦੇ ਆ, ਸਾਡੇ ਬਹੁਤ ਕਲੋਜ਼ ਹੁੰਦੇ ਆ, ਉਹਨਾਂ ਨੂੰ ਥੈਂਕ ਯੂ ਕਹਿਣ ਦੇ ਵਿੱਚ ਸਾਨੂੰ ਕਈ ਵਾਰ ਝਿਜਕ ਆ ਜਾਂਦੀ। ਉਹ ਕਿਉਂ, ਤੇ ਉਹ ਕਿਸ ਤਰ੍ਹਾਂ ਅਸੀਂ ਹੱਲ ਕਰੀਏ? ਕਿਉਂਕਿ ਅਸੀਂ ਸਮਝਦੇ ਕਿ ਉਹ ਗਰੰਟੀਡ ਹੈ, ਇਹ ਉਹਨਾਂ ਦੀ ਜੌਬ ਆ, ਉਹਨਾਂ ਦਾ ਫਰਜ਼ ਆ ਕਰਨਾ। ਪਰ ਕਿਸੇ ਦਾ ਕੋਈ ਫਰਜ਼ ਨਹੀਂ। ਹਰ ਇੱਕ ਬੰਦੇ ਨੂੰ ਤੁਸੀਂ ਥੈਂਕ ਯੂ ਜੇ ਨਹੀਂ ਕੀਤਾ, ਇਟਸ ਲਾਈਕ ਰੈਪਿੰਗ ਅ ਪ੍ਰੈਜ਼ੈਂਟ ਜੀ ਐਂਡ ਨਾਟ ਗਿਵਿੰਗ ਟੂ ਸਮਬਡੀ ਜੀ। ਸੋ ਜੇ ਰੈਪ ਕਰਕੇ ਤੁਸੀਂ ਡੱਬਾ ਰੱਖ ਲਿਆ, ਕਿਸੇ ਨੂੰ ਦਿੱਤਾ ਨਹੀਂ, ਦੇ ਵਿਲ ਨੈਵਰ ਨੋ ਉਹਦੇ 'ਚ ਹੈ ਕੀ ਆ। ਬਿਲਕੁਲ। ਸੋ ਇਸ ਕਰਕੇ ਹਰ ਇੱਕ ਬੰਦੇ ਨੂੰ ਉਹਦਾ ਥੈਂਕ ਯੂ ਕਹਿਣਾ ਬਹੁਤ ਜ਼ਰੂਰੀ ਹੈ, ਚਾਹੇ ਕੋਈ ਵੀ ਜਿੰਨਾ ਵੀ ਮਰਜ਼ੀ ਕਲੋਜ਼ ਹੋਵੇ। ਠੀਕ ਆ, ਬਿਲਕੁਲ। ਇਹ ਕਈ ਵਾਰ ਮੈਂ ਪਰਸਨਲੀ ਇਹ ਐਕਸਪੀਰੀਅੰਸ ਕੀਤਾ, ਤਾਂ ਚਾਹੁੰਦੀ ਸੀ ਕਿ ਥੋੜਾ ਜਿਹਾ ਲਾਈਟ ਪਾਈਏ। ਹਾਂਜੀ, ਬਿਲਕੁਲ ਬਿਲਕੁਲ। ਅਸੀਂ ਸੋਚਦੇ ਹਾਂ ਸਾਡੇ ਬੱਚੇ ਆ, ਇਹਨਾਂ ਨੂੰ ਪਤਾ ਹੀ ਆ, ਅਸੀਂ ਇਹਨਾਂ ਨੂੰ ਲਵ ਕਰਦੇ ਆ, ਸਾਡੇ ਬੱਚੇ ਆ, ਸਾਡੇ ਹਸਬੈਂਡ ਆ, ਪਾਰਟਨਰ ਆ ਸਾਡੇ ਜ਼ਿੰਦਗੀ ਦੇ ਵਿੱਚ, ਜਾਂ ਸਾਡੇ ਮਾਂ ਪਿਓ ਆ, ਭੈਣ ਭਰਾ ਆ, ਇਹ ਸਾਡੇ ਆਪਣੇ ਆ, ਇਹਨਾਂ ਨੂੰ ਕੀ ਥੈਂਕ ਯੂ ਕਹਿਣਾ, ਹੈ ਨਾ। ਕਈ ਵਾਰ ਅਸੀਂ ਇਗਨੋਰ ਕਰ ਦਿੰਦੇ। ਮੈਂ ਜ਼ਿੰਦਗੀ ਦੇ ਵਿੱਚ ਇਹ ਗਲਤੀ ਕਰ ਲੈਂਦੀ ਹਾਂ ਕਈ ਵਾਰ, ਪਰ ਇੰਨਾ ਸ਼ੁਕਰ ਹੈ ਕਿ ਅੱਜ ਕੱਲ੍ਹ ਦੇ ਬੱਚੇ ਜਿਹੜੇ ਆ ਨਾ, ਉਹ ਤੁਹਾਨੂੰ ਰਿਮਾਈਂਡ ਕਰਾ ਦਿੰਦੇ ਆ। ਜਿਹੜੀ ਸਾਡੀ ਜਨਰੇਸ਼ਨ ਹੈ, ਮੋਰ ਦੈਨ 90% ਪੀਪਲ ਜਿਹੜੇ ਆ ਉਹ ਉਸ ਚੀਜ਼ ਨੂੰ ਭੁੱਲ ਜਾਂਦੇ। ਬਿਲਕੁਲ। ਸੋ ਜਿਹੜੇ ਫੈਮਿਲੀ ਮੈਂਬਰ ਕਲੋਜ਼ ਬੰਦੇ ਆ, ਉਹਨੂੰ ਆਪਾਂ ਹਮੇਸ਼ਾ ਭੁੱਲ ਜਾਂਦੇ। ਉਹਨੂੰ ਆਪਾਂ ਕਹਿ ਦਿੰਦੇ ਆ ਕਿ ਇਹਨੂੰ ਪਤਾ ਹੀ ਆ। ਬਿਲਕੁਲ ਬਿਲਕੁਲ। ਸੋ ਪਰ ਬਹੁਤ ਜ਼ਰੂਰੀ ਆ ਦੂਸਰੇ ਨੂੰ ਦੱਸਣਾ। ਬਿਲਕੁਲ ਜੀ। ਸੋ ਦੋਸਤੋ, ਤੁਸੀਂ ਵੀ ਨਹੀਂ ਭੁੱਲਣਾ, ਅਗਰ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਕੋਈ ਮਦਦ ਕਰ ਰਿਹਾ, ਘਰ ਦਾ ਮੈਂਬਰ ਮਦਦ ਕਰ ਰਿਹਾ, ਸੋ ਜਿਹੜਾ ਸ਼ੁਕਰੀਆ ਉਹ ਘਰ ਤੋਂ ਸ਼ੁਰੂ ਕਰਨਾ ਹੈ। ਉਹਨਾਂ ਦਾ ਜ਼ਰੂਰ ਸ਼ੁਕਰਗੁਜ਼ਾਰ ਹੋਣਾ ਹੈ, ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਐਨਕਰੇਜ ਹੋ ਕੇ ਤੁਹਾਨੂੰ ਗਾਹਾਂ ਵੀ ਸਪੋਰਟ ਕਰ ਸਕਣ। ਅਗਰ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਇਸ ਵਕਤ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ, ਆਈ ਨੋ ਬਹੁਤ ਸਾਰੀਆਂ ਤੁਹਾਡੀਆਂ ਜਿਹੜੀਆਂ ਪਹਿਲਾਂ ਗੱਲਾਂ ਆਈਆਂ ਸੀ, ਹਰਬੰਸ ਰਾਜ ਜੀ ਦਾ ਫੋਨ ਵੀ ਆਇਆ ਸੀ, ਦੁਬਾਰਾ ਕਾਲ ਕਰ ਸਕਦੇ ਹੋ ਹੁਣ ਗੱਲ ਕਰਨ ਦੇ ਲਈ ਗੈਸਟ ਦੇ ਨਾਲ। ਕੈਲੀਫੋਰਨੀਆ ਤੋਂ ਦੋਸਤੋ ਸਾਡਾ ਨੰਬਰ 5594121313, ਯਾਨੀ ਕਿ 559-412-1313, ਸਿਆਟਲ ਤੋਂ 2064971313, ਯਾਨੀ ਕਿ 206-497-1313, ਕੈਨੇਡਾ ਦੇ ਵਿੱਚ ਸਾਡਾ ਨੰਬਰ ਹੈ ਜੀ 6045933440, ਯਾਨੀ ਕਿ 6045933440, ਤੇ ਤੁਸੀਂ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ। ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਆਪਣੀ ਸਫਲਤਾ ਦੇ ਬਾਰੇ ਕੋਈ ਗੱਲਬਾਤ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰ ਸਕਦੇ ਹੋ। ਸੋ ਇਸ ਦੇ ਨਾਲ ਹੀ ਤੁਸੀਂ ਬੁੱਕ ਦੇ ਵਿੱਚ ਪਰਮਿੰਦਰ ਜੀ ਅਗਲਾ ਲਿਖਿਆ, ਲੈਟਿੰਗ ਗੋ ਆਫ ਦ ਪਾਸਟ। ਹਾਂਜੀ, ਮਤਲਬ ਕਿ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਤੁਹਾਡਾ ਕੋਈ ਬੁਰਾ ਐਕਸਪੀਰੀਅੰਸ ਹੋਇਆ, ਉਸ ਨੂੰ ਪਿੱਛੇ ਛੱਡ ਦਿਓ। ਪਰ ਉਹ ਛੱਡਣਾ ਬਹੁਤ ਔਖਾ ਹੁੰਦਾ, ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਜਿਹੜੀ ਨੈਗੇਟਿਵ ਗੱਲ ਆ ਨਾ, ਉਹ ਦਿਮਾਗ ਦੇ ਵਿੱਚ ਪੋਜ਼ੀਟਿਵ ਨਾਲੋਂ ਕਈ ਵਾਰ ਜ਼ਿਆਦਾ ਆਉਂਦੀ ਆ। ਅਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਪੋਜ਼ੀਟਿਵ ਗੱਲਾਂ ਨੂੰ ਦਿਮਾਗ ਦੇ ਵਿੱਚ ਲਿਆਓ, ਦੈਟ ਇਜ਼ ਵਾਟ ਆਈ ਪ੍ਰੈਕਟਿਸ। ਉਹ ਬਹੁਤ ਵਧੀਆ ਐਕਸਰਸਾਈਜ਼ ਹੈ। ਜੀ ਜੀ ਜੀ, ਆਈ ਟਰਾਈ ਟੂ ਡੂ ਦੈਟ ਟੂ, ਕਿ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਦੇਖਣਾ ਕਿ ਅੱਜ ਦਿਨ ਦੇ ਵਿੱਚ ਕਿਹੜੀ ਪੋਜ਼ੀਟਿਵ ਗੱਲ ਹੋਈ, ਕਿਸੇ ਨੇ ਕੀ ਕਿਹਾ, ਮੈਂ ਗੁੱਡ ਕੀ ਕੀਤਾ, ਮੈਂ ਕਿਸੇ ਲਈ ਕੀ ਕੀਤਾ, ਮੈਨੂੰ ਉਹ ਬਹੁਤ ਗੁੱਡ ਫੀਲ ਕਰਾਉਂਦਾ। ਫਿਰ ਜਦੋਂ ਮੈਂ ਇਸ ਦੇ ਬਾਰੇ ਸੋਚਦੇ ਸੋਚਦੇ ਬਹੁਤ ਪਿਆਰੀ ਜਿਹੀ ਨੀਂਦ ਆ ਜਾਂਦੀ ਆ। ਪਰ ਇਸ ਦੇ ਨਾਲ ਹੀ ਕਈ ਵਾਰ ਅਸੀਂ ਜਿਹੜੇ ਆਪਣੇ ਏਮਸ ਗਾਹਾਂ ਦੇ ਸੋਚਣਾ ਸ਼ੁਰੂ ਕਰ ਦਿੰਦੇ ਆ ਰਾਤ ਨੂੰ। ਸੋ ਜਿਸ ਤਰ੍ਹਾਂ ਤੁਸੀਂ ਕਿਹਾ, ਤੁਹਾਡਾ ਸਬਕੌਨਸ਼ੀਅਸ ਮਾਈਂਡ ਜਿਹੜਾ ਉਹ 'ਤੇ ਫਿਰ ਵਰਕ ਕਰਦਾ ਰਹਿੰਦਾ। ਅਤੇ ਉਹਦੇ ਵਿੱਚ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹਾਂਗੀ ਕਿ ਮੈਂ ਵੀ ਕਰਦੀ ਹਾਂ, ਬਹੁਤ ਲੋਕ ਵੀ ਸ਼ਾਇਦ ਇਸ ਤਰ੍ਹਾਂ ਕਰਦੇ ਹੋਣਗੇ, ਮੈਂ ਲਾਗੇ ਨਾ ਪੈਨਸਲ ਪੇਪਰ ਰੱਖਦੀ ਹਾਂ। ਹਾਂਜੀ,
ਜੀ ਕਈ ਵਾਰ ਕੋਈ ਇਹੋ ਜਿਹੀ ਜ਼ਰੂਰੀ ਗੱਲ ਦਿਮਾਗ ਦੇ ਵਿੱਚ ਆਉਂਦੀ ਆ, ਕੋਈ ਥਾਟ ਆਉਂਦੀ ਆ, ਤੇ ਮੈਂ ਕੋਸ਼ਿਸ਼ ਕਰਦੀ ਹੁੰਦੀ ਕਿ ਉਹਨੂੰ ਲਿਖ ਦੇਵਾਂ। ਬਿਲਕੁਲ ਜੀ, ਕਿਉਂਕਿ ਮੈਨੂੰ ਕਈ ਵਾਰ ਹੁੰਦਾ ਕਿ ਸਵੇਰੇ ਉੱਠਦੇ ਆ, ਅਲਾਰਮ ਵੱਜਦਾ, ਸਭ ਤੋਂ ਪਹਿਲਾਂ ਅਸੀਂ ਭੱਜਦੇ ਆ ਕਿ ਕੰਮ ਤੇ ਲੇਟ ਹੋਣਾ, ਉੱਥੇ ਜਾਣਾ, ਤੇ ਉਹ ਜਿਹੜੀਆਂ ਸਾਡੀਆਂ ਥਾਟਸ ਹੁੰਦੀਆਂ ਉਹ ਕਈ ਵਾਰ ਅੱਗੇ ਪਿੱਛੇ ਹੋ ਜਾਂਦੀਆਂ ਤੇ ਕੰਮ ਨਹੀਂ ਚੱਲਦਾ। ਸਾਰੇ ਬੰਦੇ ਜਿਹੜੇ ਸਬਕੌਂਸ਼ੀਅਸ ਟ੍ਰੇਨਿੰਗ ਕਰਦੇ ਆ, ਸਾਰੇ ਇਦਾਂ ਕਰਦੇ ਆ ਜੀ, ਕਿਉਂਕਿ ਤੁਹਾਡੇ ਦਿਮਾਗ ਦੇ ਥਰੂ ਹਜ਼ਾਰਾਂ ਹੀ ਜਿਹੜੇ ਖਿਆਲ ਆ ਉਹ ਲੰਘ ਕੇ ਚੱਲ ਜਾਂਦੇ ਆ। ਬਿਲਕੁਲ ਬਿਲਕੁਲ। ਜੇ ਤੁਸੀਂ ਲਿਖਦੇ ਨਹੀਂ ਚੰਗੀ ਚੀਜ਼ ਜੀ ਤੇ ਉਹ ਭੁੱਲ ਜਾਂਦੀ ਸਵੇਰ ਤੱਕ। ਬਿਲਕੁਲ, ਕਿਉਂਕਿ ਸਵੇਰੇ ਉੱਠਦੇ ਆ ਤੁਸੀਂ ਆਪਣੀ ਰੂਟੀਨ ਵਿੱਚ ਪੈ ਜਾਂਦੇ ਆ। ਜਿੰਨੀਆਂ ਵੀ ਥਾਟਸ ਤੁਹਾਡੀਆਂ ਰਾਤ ਨੂੰ ਆਈਆਂ, ਤੁਸੀਂ ਪਲੈਨਿੰਗ ਭਾਵੇਂ ਸਾਰੀ ਰਾਤ ਕਰਦੇ ਰਹੋ ਬੈੱਡ ਤੇ ਪਏ, ਪਰ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਕਿਸੇ ਆਪਣੀ ਜਿਹੜੀ ਤੁਹਾਡੇ ਦਿਲ ਦੇ ਵਿੱਚ ਜਿਹੜੀ ਵੀ ਗੱਲ ਹੈਗੀ ਉਹਨੂੰ ਸਵੇਰੇ ਉੱਠ ਕੇ ਪ੍ਰੈਕਟਿਸ ਦੇ ਵਿੱਚ ਨਹੀਂ ਪਾਓਗੇ, ਉਹਨਾਂ ਚਿਰ ਕਿਤੇ ਪਹੁੰਚ ਨਹੀਂ ਸਕਦੇ। ਸੋ ਗੋਲ ਸੈਟਿੰਗ ਹੋ ਗਈ ਆਪਣੀ, ਤੇ ਲੈਟਿੰਗ ਗੋ ਆਫ ਦਾ ਪਾਸਟ ਵੀ ਅਸੀਂ ਕਰ ਦਿੱਤਾ ਕਿ ਪੁਰਾਣੀਆਂ ਗੱਲਾਂ ਹੁਣ ਭੁੱਲ ਜਾਓ ਤੇ ਗਾਹਾਂ ਦੀਆਂ ਸੋਚੋ, ਫਿਊਚਰ ਦੀ ਪਲੈਨਿੰਗ ਕਰੋ, ਆਪਣੇ ਲਈ ਲੰਬੇ ਸਮੇਂ ਦਾ ਸੋਚ ਕੇ ਰੱਖੋ। ਤੇ ਫਿਰ ਆ ਜਾਂਦਾ ਗਿਵਿੰਗ ਇਜ਼ ਰਿਸੀਵਿੰਗ, ਜੋ ਕਿ ਬਰੀਫਲੀ ਤੁਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਵਟ ਗੋਜ਼ ਅਰਾਊਂਡ ਕਮਸ ਅਰਾਊਂਡ। ਤੇ ਇਹਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਕਿ ਅਸੀਂ ਕਿਸੇ ਦਾ ਕੁਝ ਕਰਦੇ ਹਾਂ ਤੇ ਉਹਦੇ ਨਾਲ ਸਾਨੂੰ ਵਾਪਸ ਕੀ ਆਉਂਦਾ ਤੇ ਕਿਸ ਤਰ੍ਹਾਂ ਆਉਂਦਾ। ਮੈਂ ਮਾੜਾ ਜਿਹਾ ਪਹਿਲਾਂ ਗੋਲ ਸੈਟਿੰਗ ਤੇ ਟੱਚ ਕਰਨਾ ਚਾਹੁੰਦਾ ਜੀ। ਬੜੀ ਵਾਰੀ ਆਪਾਂ ਕਿ ਜਿੱਦਾਂ ਹੁਣ ਮੇਰੇ ਕੋਲ ਕਈ ਬੰਦੇ ਆਉਂਦੇ ਆ, ਆਫਿਸ ਜੁਆਇਨ ਕਰਦੇ ਆ, ਮੈਂ ਉਹਨੂੰ ਪੁੱਛਦਾ ਤੁਹਾਡਾ ਗੋਲ ਕੀ ਆ ਜੀ, ਉਹ ਕਹਿੰਦੇ ਸਾਡਾ ਗੋਲ ਆ ਬਹੁਤ ਜ਼ਿਆਦਾ ਮਨੀ, ਪੈਸਾ ਬਣਾਉਣਾ ਜੀ। ਪਰ ਜਿੰਨਾ ਚਿਰ ਸਾਨੂੰ ਪਤਾ ਹੀ ਨਹੀਂ ਅਸੀਂ ਪੈਸਾ ਕਿੰਨਾ ਬਣਾਉਣਾ, ਹੋ ਸਕਦਾ ਬਹੁਤ ਜ਼ਿਆਦਾ ਮਨੀ ਇੱਕ ਬੰਦੇ ਲਈ $30,000 ਹੋਵੇ, ਦੂਜੇ ਲਈ 50,000 ਹੋਵੇ, ਤੀਜੇ ਬੰਦੇ ਲਈ $1,00,000 ਹੋਵੇ। ਸੋ ਗੋਲ ਜਿਹੜਾ ਕਲੀਅਰ ਹੋਣਾ ਬਹੁਤ ਜ਼ਰੂਰੀ ਆ ਜੀ, ਕਿ ਮੈਂ ਲੱਖਪਤੀ ਬਣਨਾ ਕਿ ਕਰੋੜਪਤੀ ਬਣਨਾ। ਤੁਸੀਂ ਇੱਕ ਬੱਚੇ ਨੂੰ ਵੀ ਸਮਝਾ ਸਕੋ ਕਿ ਤੁਹਾਡਾ ਗੋਲ ਕੀ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ ਜੀ ਜੀ, ਤੇ ਫਿਰ ਉਹਨੂੰ ਤੁਸੀਂ ਛੋਟੇ ਸਟੈਪਸ ਜਿਹੜੇ ਆ, ਗੋਲ ਜਿਹੜਾ ਡੈਡਲਾਈਨ ਜ਼ਰੂਰ ਹੋਣੀ ਚਾਹੀਦੀ ਹੈ ਜੀ। ਜੇ ਆਪਾਂ ਕਹਿ ਦਿੱਤਾ ਕਿ ਨਹੀਂ ਮੈਂ ਇਹ ਕਰਨਾ ਚਾਹੁੰਦਾ, ਪਰ ਜੇ ਉਹਦੇ ਤੇ ਡੈਡਲਾਈਨ ਨਹੀਂ ਹੈ, ਉਹ ਕਦੋਂ ਤੱਕ ਅਸੀਂ ਕੰਪਲੀਟ ਕਰਨਾ। ਸੋ ਵਿਦਆਊਟ ਡੈਡਲਾਈਨ ਤੁਸੀਂ ਕਦੀ ਕੰਪਲੀਟ ਨਹੀਂ ਕਰੋਗੇ। ਫਿਰ ਉਹਨੂੰ ਜਿਹੜੀਆਂ ਤੁਸੀਂ ਸਬ ਡੈਡਲਾਈਨ 'ਚ ਡਿਵਾਈਡ ਕਰੋ ਜੀ। ਸੋ ਜੇ ਐਨੂਅਲ ਗੋਲ ਆ, ਫਿਰ ਉਹਨੂੰ ਮੰਥਲੀ 'ਚ ਡਿਵਾਈਡ ਕਰੋ, ਮੰਥਲੀ ਤੋਂ ਉਹਨੂੰ ਫਿਰ ਵੀਕਸ 'ਚ ਡਿਵਾਈਡ ਕਰੋ, ਸੋ ਵੀਕਸ ਤੋਂ ਬਾਅਦ ਫਿਰ ਡੇਲੀ ਤੇ ਡਿਵਾਈਡ ਕਰੋ। ਅੱਛਾ ਜੀ। ਸੋ ਜੇ ਤੁਸੀਂ $100,000 ਬਣਾਉਣਾ ਆ, ਉਹਨੂੰ 12 ਮਹੀਨਿਆਂ 'ਚ ਆਪਾਂ ਡਿਵਾਈਡ ਕਰਦੇ ਆ, $8-9,000 ਤੇ ਗੱਲ ਆ ਜਾਂਦੀ ਜੀ। ਸੋ ਜੇ ਉਹਨੂੰ ਆਪਾਂ 4 ਤੇ ਡਿਵਾਈਡ ਕਰ ਦਿੰਦੇ ਆ, ਹਫ਼ਤੇ ਦੇ 2,000 ਤੇ ਗੱਲ। ਜੇ ਉਹ ਆਪਣੇ ਕੋਲ ਹਫ਼ਤੇ 'ਚ 10 ਦਿਨ ਆ ਜੀ, 7 ਦਿਨ ਹਾਂਜੀ। ਸੋ 7 ਦਿਨਾਂ ਦੇ ਵਿੱਚ ਜੇ ਆਪਾਂ $2,000 ਬਣਾਉਣਾ, ਦੈਨ ਬਿਕਮਸ ਈਜ਼ੀ ਜੀ ਜੀ ਜੀ। ਕਿੰਨੇ ਬੰਦੇ ਮੈਂ ਤਾਂ ਕਹੂੰਗੀ 7 ਦਾ ਵੀ 6 ਹੀ ਰੱਖੀਏ, ਬੰਦਾ ਇੱਕ ਦਿਨ ਆਪਣੇ ਲਈ ਜ਼ਰੂਰ ਰੱਖੇ, ਆਪਣੇ ਸਿਰਫ ਪਰਿਵਾਰ ਦੇ ਨਾਲ ਜਾਂ ਆਪਣੇ ਆਪ ਦੇ ਨਾਲ, ਜਾਂ ਜੋ ਵੀ ਤੁਸੀਂ ਹੋਰ ਕਰਨਾ ਚਾਹੁੰਦੇ ਆਪਣਾ ਪੈਸ਼ਨ ਕੋਈ ਹੋਵੇ, ਉਹਦੇ ਲਈ ਇੱਕ ਦਿਨ ਰੱਖੋ। ਸੋ 6 ਦਿਨ ਦੇ ਵਿੱਚ ਡਿਵਾਈਡ ਕਰੋ, ਜੋ ਵੀ ਬੇਸਿਕਲੀ ਅਗਰ ਤੁਸੀਂ ਪੈਸੇ ਦੀ ਗੱਲ ਕਰਦੇ ਹੋ। ਸੋ ਇਹ ਤਾਂ ਹੋ ਗਿਆ ਅਗਰ ਅਸੀਂ ਪੈਸਾ ਬਣਾਉਣਾ ਚਾਹੁੰਦੇ ਹਾਂ, ਪੈਸੇ ਲਈ ਕੁਛ ਏਮ ਕਰਨਾ ਆ। ਕਈ ਵਾਰ ਬਹੁਤ ਸਾਰੇ ਲੋਕ ਆ ਜਿਹੜੇ ਫੇਮ ਲਈ ਆਪਣਾ ਕੋਈ ਗੋਲ ਬਣਾਉਣਾ ਚਾਹੁੰਦੇ ਹੁੰਦੇ ਕਿ ਮੈਂ ਪ੍ਰਸਿੱਧ ਹੋਣਾ, ਮੈਨੂੰ ਨਹੀਂ ਪਰਵਾਹ ਹੈਗੀ ਕਿ ਕੋਈ ਪੈਸਾ ਬਣਦਾ ਜਾਂ ਨਹੀਂ ਬਣਦਾ, ਮੇਰਾ ਨਾਮ ਵੱਜਣਾ ਚਾਹੀਦਾ ਹਰ ਪਾਸੇ। ਮਤਲਬ ਪੈਸੇ ਤੋਂ ਬਗੈਰ ਤੁਸੀਂ ਪ੍ਰਸਿੱਧ ਨਹੀਂ ਹੋ ਸਕਦੇ। ਪੈਸਾ ਇੱਕ ਬੇਸਿਕ ਨੀਡ ਆ, ਜਿੰਨੀ ਤੁਹਾਡੀ ਲਾਈਫ ਦੀ ਬੇਸਿਕ ਨੀਡ ਆ ਓਨਾ ਪੈਸਾ ਤੁਹਾਨੂੰ ਚਾਹੀਦਾ ਹੀ ਆ। ਅਦਰਵਾਈਜ਼ ਉਹ ਪੈਸੇ ਦੀ ਪ੍ਰੋਬਲਮ ਤੁਹਾਨੂੰ ਅੱਗੇ ਨਹੀਂ ਲਾਈਫ 'ਚ ਕਦੀ ਵਧਣ ਦੇਗੀ। ਅੱਛਾ ਜੀ। ਤੁਹਾਡੇ ਕੋਲ ਪੈਸਾ ਇੰਨਾ ਹੋਣਾ ਚਾਹੀਦਾ ਕਿ ਯੂ ਡੋਂਟ ਹੈਵ ਟੂ ਵਰੀ ਅਬਾਊਟ ਯੂਰ ਬੇਸਿਕ ਨੀਡਸ ਜੀ ਜੀ। ਜਦੋਂ ਤੁਹਾਡੀਆਂ ਬੇਸਿਕ ਨੀਡਸ ਹੈਗੀਆਂ, ਫਿਰ ਦੂਜੀਆਂ ਚੀਜ਼ਾਂ ਤੇ ਤੁਸੀਂ ਕਮਿਊਨਿਟੀ ਵਰਕ, ਵਲੰਟੀਅਰ, ਹੋਰ ਚੀਜ਼ਾਂ ਤੇ ਤੁਸੀਂ ਫੋਕਸ ਕਰ ਸਕਦੇ ਹੋ। ਦੂਜੇ ਬੰਦਿਆਂ ਦੀ ਹੈਲਪ ਤਾਂ ਹੀ ਕਰ ਸਕਦੇ ਆ ਜੇ ਤੁਸੀਂ ਆਪ ਜਿਹੜਾ ਆ ਸੈਟਲ ਆ ਲਾਈਫ ਦੇ ਵਿੱਚ ਜੀ ਜੀ। ਤੇ ਬਾਕੀ ਮੇਰਾ ਕਮਿਊਨਿਟੀ ਨੇ ਬਹੁਤ ਸਾਥ ਦਿੱਤਾ ਹਮੇਸ਼ਾ ਹੀ ਜੀ, ਤੇ ਹਮੇਸ਼ਾ ਮੈਂ ਕਮਿਊਨਿਟੀ ਨੂੰ ਯਾਦ ਰੱਖਦਾ ਜੀ। ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੇ ਮੇਰਾ ਸਾਥ ਦਿੱਤਾ, ਹਮੇਸ਼ਾ ਹੀ ਮੋਢੇ ਦੇ ਨਾਲ ਮੋਢਾ ਲਾ ਕੇ ਮੈਂ ਕਮਿਊਨਿਟੀ ਦਾ ਸਾਥ ਦਿੰਦਾ ਜੀ। ਮੈਂ ਇੱਕ ਗੱਲ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਜਾਣਦੀ ਹਾਂ, ਸੋ ਇੱਕ ਗੱਲ ਮੈਂ ਨੋਟ ਕੀਤੀ ਆ ਕਿ ਬਹੁਤ ਸਾਰੇ ਲੋਕ ਸਕਸੈਸਫੁਲ ਨੇ ਸ਼ਹਿਰ ਦੇ ਵਿੱਚ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਕੋਲ ਪੈਸਾ ਵੀ ਹੈਗਾ ਤੇ ਨਾਮ ਵੀ ਬਣਾਇਆ ਹੋਇਆ, ਪਰ ਇਮਾਨਦਾਰੀ ਜਿਹੜੀ ਹੈ ਨਾ ਉਹ ਬਹੁਤ ਘੱਟ ਝਲਕਦੀ ਆ। ਪਰ ਤੁਹਾਡੀ ਸ਼ਖਸੀਅਤ ਦੇ ਵਿੱਚ ਉਹ ਮੈਂ ਦੇਖੀ ਆ, ਪਰਸਨਲੀ ਮੈਂ ਦੇਖੀ ਆ ਕਿ ਤੁਸੀਂ ਓਨੈਸਟੀ ਦੇ ਨਾਲ ਕੰਮ ਚਲਾ ਰਹੇ ਹੋ। ਬਿਲਕੁਲ। ਇਹ ਕਿਸ ਤਰ੍ਹਾਂ ਪੋਸੀਬਲ ਆ ਕਿ ਅਸੀਂ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਓਨੈਸਟੀ ਦੇ ਨਾਲ ਹਰ ਇੱਕ ਬੰਦੇ ਦਾ ਫੇਅਰ ਸ਼ੇਅਰ ਉਸ ਨੂੰ ਮਿਲੇ, ਇਹ ਸਭ ਕੁਛ ਦੇਖਦਿਆਂ ਹੋਇਆਂ ਸਕਸੈਸਫੁਲ ਹੋਈਏ, ਇਹ ਕਿਸ ਤਰ੍ਹਾਂ ਪੋਸੀਬਲ ਆ?
ਸਟ੍ਰੇਟ ਫਾਰਵਰਡ ਤੇ ਓਨੈਸਟ ਰਹਿਣਾ ਬਹੁਤ ਹੀ ਜ਼ਰੂਰੀ ਹੈ। ਜੇ ਤੁਸੀਂ ਆਪਣਾ ਇਹ ਇੱਕ ਅਸੂਲ ਬਣਾ ਲਓ ਜੀ, ਜੇ ਤੁਸੀਂ ਜੋ ਗੱਲ ਕਹਿਣੀ ਹੈ ਮੂੰਹ ਤੇ ਕਹਿ ਦਿਓ ਅਗਲੇ ਦੇ, ਚਾਹੇ ਤੁਸੀਂ ਚੰਗੀ ਗੱਲ ਕਰ ਰਹੇ ਚਾਹੇ ਮਾੜੀ ਕਰ ਰਹੇ, ਹਰ ਇੱਕ ਬੰਦੇ ਨੇ ਤੁਹਾਡੀ ਟਰੂ ਪਰਸਨੈਲਿਟੀ ਪਤਾ ਹੋਣੀ ਚਾਹੀਦੀ ਜੀ। ਜੇ ਤੁਹਾਡੀ ਟਰੂ ਪਰਸਨੈਲਿਟੀ ਨਹੀਂ ਪਤਾ ਤੁਹਾਡੀ ਗਰੋਥ ਪੋਸੀਬਲ ਨਹੀਂ ਹੈਗੀ। ਸੋ ਲੋਕ ਤੁਹਾਨੂੰ ਟਰਸਟ ਨਹੀਂ ਕਰਦੇ ਜੀ। ਕਈ ਵਾਰੀ ਕਈ ਬੰਦੇ ਹੁੰਦੇ ਆ ਉਹਨਾਂ ਨੇ ਤੁਹਾਡੇ ਮੂੰਹ ਤੇ ਕੁਝ ਹੋਰ ਕਹਿਣਾ, ਪਿੱਠ ਪਿੱਛੇ ਕੁਝ ਹੋ ਰਿਹਾ ਜੀ। ਸੋ ਲੋਕਾਂ ਨੂੰ ਅਸੀਂ ਬੜੀ ਵਾਰੀ ਹੁੰਦਾ ਅਸੀਂ ਸੋਚਦੇ ਕਿ ਅਸੀਂ ਦੂਸਰੇ ਬੰਦੇ ਨੂੰ ਬੇਵਕੂਫ ਬਣਾ ਦਿੱਤਾ ਜੀ, ਪਰ ਉਹ ਬੰਦੇ ਨੂੰ ਸਾਰਾ ਕੁਝ ਪਤਾ ਹੁੰਦਾ। ਕਈ ਵਾਰੀ ਐਗਜ਼ਾਮਪਲ ਆ, ਬਿਲਕੁਲ ਆਪਾਂ ਬੈਠੇ ਕਿਸੇ ਬੰਦੇ ਦੇ ਬਾਰੇ ਸੋਚ ਰਹੇ ਹੁੰਦੇ ਆ ਜੀ, ਅਗਲੇ 2 ਸੈਕਿੰਡ ਦੇ ਵਿੱਚ ਉਹਦਾ ਫੋਨ ਖੜਕ ਜਾਂਦਾ ਜੀ। ਸੋ ਫੋਨ ਆਉਣ ਦਾ ਤੁਸੀਂ ਦੇਖੋ ਕਿ ਕਿੰਨਾ ਕਨੈਕਸ਼ਨ ਹੁੰਦਾ ਇਸ ਚੀਜ਼ ਦਾ, ਵਾਈਬ੍ਰੇਸ਼ਨਸ ਹੈ ਉਹ ਹਿਊਮਨ ਵਾਈਬ੍ਰੇਸ਼ਨਸ ਐਡੀ ਦੂਰ ਤੱਕ ਚੱਲ ਜਾਂਦੀਆਂ। ਜਦੋਂ ਆਪਾਂ ਫੋਨ ਤੇ ਗੱਲ ਕਰਦੇ ਆ, ਮੈਂ ਆਪਣੇ ਜਿੰਨੇ ਸਾਡੇ ਨਾਲ ਕੰਮ ਕਰਦੇ ਆ ਜਿਹਨੂੰ ਵੀ ਮੈਂ ਜਾਣਦਾ ਉਹਨੂੰ ਹਰ ਇੱਕ ਨੂੰ ਮੈਂ ਇਹੀ ਐਡਵਾਈਸ ਕਰਦਾ ਜੀ ਕਿ ਜਿਹੜੀ ਫੋਨ ਤੇ ਗੱਲ ਕਰਨੀ ਆ ਜੀ, ਫੋਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਜੋ ਮਰਜ਼ੀ ਕਹਿ ਸਕਦੇ ਆ ਜੀ। ਜਿਹੜਾ ਫੋਨ ਤੇ ਦੂਸਰੇ ਪਾਸੇ ਬੰਦਾ ਬੈਠਾ ਨਾ ਹੀ ਕੈਨ ਪਿਕਚਰ ਯੂ। ਬਿਲਕੁਲ ਬਿਲਕੁਲ। ਸੋ ਇਹ ਬਹੁਤ ਸਟਰੋਂਗ ਚੀਜ਼ ਹੈਗੀ ਆ। ਸੋ ਜੋ ਤੁਸੀਂ ਹੈਗੇ ਆ ਉਹੀ ਗੱਲ ਕਰੋ। ਬਿਲਕੁਲ, ਇੱਥੋਂ ਤੱਕ ਕਿ ਮੂਡ ਤੱਕ ਦਾ ਪਤਾ ਲੱਗ ਜਾਂਦਾ ਹੈ ਨਾ। ਤੁਸੀਂ ਫੋਨ ਤੇ ਗੱਲ ਕਰ ਰਹੇ ਹੋ, ਤੁਹਾਨੂੰ ਪਤਾ ਕਿ ਬੰਦਾ ਇਸ ਵੇਲੇ ਡਿਪਰੈਸ ਜਿਹਾ ਲੱਗਦਾ, ਖੁਸ਼ ਲੱਗ ਰਿਹਾ, ਇਹਦੇ ਮੂੰਹ ਤੇ ਸਮਾਈਲ ਆ, ਮੂੰਹ ਤੇ ਗੁੱਸਾ ਆ, ਹੈ ਨਾ। ਸਾਰੇ ਐਕਸਪ੍ਰੈਸ਼ਨਸ ਵੀ ਤੁਸੀਂ ਗੈਸ ਕਰ ਸਕਦੇ ਹੋ ਅਗਰ ਤੁਸੀਂ ਬੰਦੇ ਨੂੰ ਜਾਣਦੇ ਹੋ। ਪਰ ਅਸੀਂ ਆਪਣੇ ਆਪ ਦੇ ਵਿੱਚ ਰੀਅਲ ਹੋਣ ਦੀ ਜਗ੍ਹਾ ਅਸੀਂ ਦੂਸਰੇ ਹੋਰ ਕਿਸੇ ਵਰਗਾ ਬਣਨ ਦੀ ਟਰਾਈ ਕਰਨ ਲੱਗ ਜਾਂਦੇ ਪਹਿਲੇ। ਇੱਥੇ ਕੰਮ ਖਰਾਬ ਹੁੰਦਾ, ਉੱਥੇ ਕੰਮ ਖਰਾਬ ਹੁੰਦਾ ਕਿਉਂਕਿ ਤੁਸੀਂ ਐਕਚੁਅਲੀ ਉਹ ਪਰਸਨੈਲਿਟੀ ਹੈ ਨਹੀਂ। ਤੁਸੀਂ ਠੀਕ ਆ ਉਹਦੇ 20-25-30% ਕਲੋਜ਼ ਚੱਲ ਜਾਓਗੇ ਪਰ ਸੇਮ ਨਹੀਂ ਬਣ ਸਕਦੇ ਜੀ। ਸੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਦੇਖਣਾ, ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਹੈ ਜੀ। ਤੇ ਕਿਸੇ ਦੇ ਵਰਗੇ ਬਣਨ ਦੀ ਟਰਾਈ ਨਾ ਕਰੋ, ਆਪਣੇ ਆਪ ਨੂੰ ਜਿਹੜਾ ਆ ਸਹੀ ਕਰੋ ਜੀ ਜੀ। ਬਿਲਕੁਲ। ਸੋ ਦੋਸਤੋ ਸਾਡੇ ਨਾਲ ਇੱਕ ਕਾਲਰ ਨੇ ਇਸ ਵਕਤ, ਆਈ ਥਿੰਕ ਛੱਡ ਗਏ ਨੇ, ਦੁਬਾਰਾ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਤੁਹਾਨੂੰ ਨੰਬਰਸ ਦੋਸਤੋ ਪਤਾ ਨੇ। ਅਗਰ ਤੁਸੀਂ ਜ਼ਰੂਰੀ ਇਸ ਸਬਜੈਕਟ 'ਤੇ ਗੱਲ ਕਰਨੀ ਆ ਤੇ ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਉਸ ਵਿਸ਼ੇ 'ਤੇ ਹੀ ਤੁਸੀਂ ਕਾਲ ਕਰ ਸਕਦੇ ਹੋ ਜਦੋਂ ਇੰਟਰਵਿਊ ਚੱਲਦੀ ਹੁੰਦੀ ਆ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨਾ ਚਾਹੋ, ਆਪਣੀ ਸਫਲਤਾ ਦੇ ਬਾਰੇ, ਤਾਂ ਜ਼ਰੂਰ ਕਾਲ ਕਰ ਸਕਦੇ ਹੋ। ਨੰਬਰਸ ਤੁਹਾਨੂੰ ਪਤਾ ਨੇ। ਸੋ ਇਸ ਦੇ ਨਾਲ ਹੀ ਅੱਗੇ ਮੂਵ ਹੋਣੇ ਆ ਕਿ ਗਿਵਿੰਗ ਐਂਡ ਰਿਸੀਵਿੰਗ। ਜੀ, ਗਿਵਿੰਗ। ਸੋ ਬੜੀ ਵਾਰੀ ਕਿ ਅਸੀਂ ਕੰਮ ਕਰਦੇ ਆ, ਅਸੀਂ ਕੋਈ ਡੋਨੇਸ਼ਨ ਦਿੰਦੇ ਆ ਜੀ, ਕੋਈ ਜ਼ਰੂਰੀ ਨਹੀਂ ਪੈਸਾ ਹੀ ਅਸੀਂ ਦਿੰਦੇ ਆ ਜੀ। ਕਈ ਵਾਰੀ ਅਸੀਂ ਆਪਣਾ ਟਾਈਮ ਕੰਟਰੀਬਿਊਟ ਕਰਨੇ ਆ, ਪਰ ਸਾਨੂੰ ਟਾਈਮ ਜਾਂ ਪੈਸਾ ਜਾਂ ਕੋਈ ਚੀਜ਼ ਇਸ ਕਰਕੇ ਨਹੀਂ ਕੰਟਰੀਬਿਊਟ ਕਰਨੀ ਚਾਹੀਦੀ ਕਿ ਅਸੀਂ ਦੇਖਦੇ ਕਿ ਸਾਨੂੰ ਵਾਪਸ ਕੀ ਮਿਲਣਾ ਉਹਦੇ ਤੋਂ। ਜੇ ਤੁਸੀਂ ਦਾਨ ਕਰਨਾ, ਕੁਝ ਕਰਨਾ, ਤੁਹਾਨੂੰ ਭੁੱਲਣਾ ਪਏਗਾ ਜੀ। ਜੇ ਪ੍ਰਮਾਤਮਾ ਦੀ ਅਬੰਡੈਂਸ ਤੁਸੀਂ ਦੇਖਣੀ ਆ, ਸੋ ਜੇ ਪ੍ਰਮਾਤਮਾ ਦੀ ਮਿਹਰ ਤੁਸੀਂ ਦੇਖਣੀ ਆ, ਤੁਸੀਂ ਆਪਣਾ ਸਵਾਰਥ ਛੱਡ ਕੇ ਜੋ ਕਰਨਾ ਉਹ ਕਰੋ ਜੀ। ਇਸ ਲਈ ਨਾ ਦਿਓ ਕਿ ਮੇਰਾ ਨਾਂ ਹੀ ਬਣ ਜਾਣਾ ਜੇ ਮੈਂ ਡੋਨੇਟ ਕਰਾਂਗਾ, ਕਿਤੇ ਮੇਰਾ ਨਾਂ ਬਣਾਉਣ ਦੇ ਲਈ ਜਿਹੜਾ ਆ ਕੱਲਾ ਪੈਸਾ ਡੋਨੇਟ ਕਰਨ ਦੇ ਲਈ, ਉਹ ਇਟ ਵਿਲ ਨਾਟ ਵਰਕ ਜੀ। ਪਰ ਅੱਜ ਕੱਲ੍ਹ ਦੇਖਿਆ ਕੀ ਜਾਂਦਾ ਹੈ ਕਿ ਲੋਕ ਕਿਸੇ ਨੂੰ ਇੱਕ ਫੂਡ ਦਾ ਬੈਗ ਵੀ ਦੇ ਰਹੇ ਆ, ਕੇਲਿਆਂ ਦੀ ਦਰਜਨ ਵੀ ਦੇ ਰਹੇ, ਤਾਂ ਵੀ ਫੋਟੋ ਖਿੱਚ ਕੇ ਮੀਡੀਆ 'ਤੇ ਇਸ ਤਰ੍ਹਾਂ ਪਾਉਣਗੇ ਕਿ ਜਿੱਦਾਂ ਪਤਾ ਨਹੀਂ ਮੈਂ ਕਿੰਨਾ ਕੁ ਲੋਕਾਂ ਦਾ ਜਿਹੜਾ ਪਾਰੋ ਤਾਰਾ ਕਰਾਤਾ। ਸੋ ਚਾਹੀਦਾ ਤਾਂ ਇਹੀ ਹੈ, ਕਹਿੰਦੇ ਹੁੰਦੇ ਕਿ ਖੱਬੇ ਹੱਥ ਨਾਲ ਦਾਨ ਦੇ ਰਹੇ ਹੋ ਤਾਂ ਸੱਜੇ ਨੂੰ ਨਹੀਂ ਪਤਾ ਲੱਗਣਾ ਚਾਹੀਦਾ। ਪਰ ਜਿਹੜਾ ਇਨਸਾਨ ਆ ਉਹ ਚਾਹੁੰਦਾ ਆ ਕਿ ਨਹੀਂ ਮੇਰੀ ਬੱਲੇ ਬੱਲੇ ਜ਼ਰੂਰ ਹੋਵੇ ਅਗਰ ਮੈਂ ਕੁਛ ਕਰਦਾ ਆ ਤਾਂ। ਪਰ ਜੇ ਅਸੀਂ ਨਿਰਪੱਖ ਹੋ ਕੇ ਇਹ ਗੱਲਾਂ ਨੂੰ ਭੁੱਲ ਕੇ ਵੀ ਸਾਡੀ ਬੱਲੇ ਬੱਲੇ ਹੋਵੇ, ਫਿਰ ਦਾਨ ਕਰੀਏ, ਫਿਰ ਕਿਸੇ ਦਾ ਭਲਾ ਕਰੀਏ, ਮੇਰਾ ਖਿਆਲ ਅਸਲੀ ਮਾਇਨਿਆਂ ਦੇ ਵਿੱਚ ਤਾਂ ਉਹੀ ਲੱਗਦਾ ਆ, ਹੈ ਨਾ। ਬੜੀ ਵਾਰੀ ਤੁਸੀਂ ਦੇਖਿਓ ਬੜੇ ਲੋਕ ਜਦੋਂ ਗੱਲ ਕਰਦੀ ਉਹ ਕਹਿੰਦੇ ਵੇ ਇਹ ਬੰਦਾ ਬਹੁਤ ਸ਼ੋਅ ਆਫ ਕਰਦਾ ਜੀ। ਸੋ ਲੋਕ ਇਹ ਚੀਜ਼ਾਂ ਕਹਿਣ ਲੱਗ ਜਾਂਦੇ ਤੁਹਾਨੂੰ। ਹਾਂ, ਵੈਸੇ ਪਤਾ ਸਾਰਿਆਂ ਨੂੰ ਹੁੰਦਾ। ਤੁਸੀਂ ਦਾਨ ਦੇਣਾ ਆ ਜੀ, ਤੁਹਾਨੂੰ ਇਹ ਨਹੀਂ ਸ਼ੋਅ ਕਰਨ ਦੀ ਲੋੜ ਕਿ ਮੈਂ ਕੀ ਦਿੱਤਾ ਜੀ। ਤੁਹਾਨੂੰ ਠੀਕ ਹੈ ਤੁਹਾਡਾ ਫੇਸ ਸ਼ੋਅ ਕਰਨ ਦੀ ਲੋੜ ਹੈ ਕਿਉਂਕਿ ਤੁਸੀਂ ਦੂਸਰੇ ਲੋਕਾਂ ਨੂੰ ਇਨਸਪਾਇਰ ਕਰਨਾ ਚਾਹੁੰਦੇ ਹੋ ਜੀ, ਕਿ ਜੇ ਤੁਸੀਂ ਕਿਸੇ ਚੀਜ਼ ਗੁੱਡ ਕਾਜ਼ ਦੇ ਵਿੱਚ ਇਨਵੋਲਵ ਆ, ਕੁਝ ਕਰ ਰਹੇ ਆ ਜੀ, ਤੁਸੀਂ ਚਾਹੁੰਦੇ ਕਿ ਹੋਰ 100,000 ਆਫ ਪੀਪਲ ਜਿਹੜੇ ਆ ਇਨਸਪਾਇਰ ਹੋਣ। ਐਗਜ਼ਾਮਪਲ ਉਹ ਬੱਚੇ ਦੀ ਆਪਣੀ ਕਮਿਊਨਿਟੀ ਦੇ ਵਿੱਚ ਆਈ ਹੈ। ਜੀ ਜੀ ਜੀ। ਸੋ ਜਦੋਂ ਸਾਰੇ ਆਪਾਂ ਰਲ ਕੇ ਇਕੱਠੇ ਹੋ ਕੇ ਕੰਮ ਕਰਦੇ ਆ, ਬਿਲਕੁਲ, ਆਪਾਂ ਕਈ
ਪਹਾੜੀਆਂ ਜਿਹੜੇ ਪਰਬਤ ਸਰ ਕਰ ਸਕਦੇ ਹਾਂ। ਸੋ ਇੰਨੀ ਕੁ ਆਪਣੇ ਵਿੱਚ ਪਾਵਰ ਆ ਜਿਹੜੀ ਯੂਨਿਟੀ ਉਹਦੇ ਵਿੱਚ, ਯੂਨਿਟੀ ਦੇ ਵਿੱਚ। ਬਿਲਕੁਲ ਕਹਿੰਦੇ ਹੁੰਦੇ ਆ ਕਿ ਜਿਹੜਾ ਸੁੱਖ ਆ ਉਹ ਵੰਡੇ ਤੇ ਦੁੱਗਣਾ ਹੋ ਜਾਂਦਾ ਤੇ ਦੁੱਖ ਆ ਜਿਹੜਾ ਉਹ ਵੰਡੇ ਤੇ ਅੱਧਾ ਹੋ ਜਾਂਦਾ। ਸੋ ਇਹ ਜਿਹੜੀਆਂ ਗੱਲਾਂ ਜ਼ਰੂਰ ਦਿਮਾਗ ਦੇ ਵਿੱਚ ਰੱਖਣੀਆਂ ਚਾਹੀਦੀਆਂ। ਅਸੀਂ ਆਮ ਜ਼ਿੰਦਗੀ ਦੇ ਵਿੱਚ ਵੈਸੇ ਕਾਫੀ ਚੀਜ਼ਾਂ ਜਿਹੜੀਆਂ ਪ੍ਰੈਕਟਿਸ ਕਰਦੇ ਹਾਂ, ਪਰ ਉਹਨਾਂ ਨੂੰ ਅਸੀਂ ਇੱਕ ਗੋਲ ਬਣਾ ਕੇ ਅੱਗੇ ਕਿਸ ਤਰ੍ਹਾਂ ਚੱਲਣਾ, ਸਫਲਤਾ ਪ੍ਰਾਪਤ ਕਰਨ ਦੇ ਲਈ, ਉਹ ਜਿਹੜਾ ਕਈ ਵਾਰ ਸਾਡੇ 'ਚ ਨਾ ਜਿਹੜਾ ਪੁਆਇੰਟ ਹੁੰਦਾ ਆ ਉੱਥੇ ਵੀਕਨੈਸ ਰਹਿ ਜਾਂਦੀ ਆ, ਕਿਉਂਕਿ ਆਪਾਂ ਲਿਖਦੇ ਨਹੀਂ। ਸੋ ਲਿਖਣਾ, ਸਟਰਕਚਰ ਬਣਾਉਣਾ ਹਰ ਚੀਜ਼ ਦਾ ਬਹੁਤ ਜ਼ਰੂਰੀ ਹੈ। ਆਪਣੇ ਆਪ ਨੂੰ ਰਿਮਾਈਂਡ ਕਰਾਉਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕੋਈ ਵੀ ਚੀਜ਼ ਆ ਕਰਨੀ ਚਾਹੁੰਦੇ, ਚੰਗੀ ਚੀਜ਼ ਕਰਨੀ ਚਾਹੁੰਦੇ ਆ, ਜੇ ਤੁਹਾਡੇ ਕੋਲ ਉਹ ਰਿਮਾਈਂਡਰ ਆ, ਹਾਂਜੀ, ਰਿਮਾਈਂਡਰ ਨੂੰ ਤੁਸੀਂ ਦੇਖ ਕੇ ਕਹਿਣਾ ਕਿ ਅੱਛਾ ਆਹ ਮੈਂ ਕੰਮ ਕੀਤਾ ਨਹੀਂ, ਮੈਂ ਭੁੱਲ ਗਿਆ, ਆਹ ਕੰਮ ਮੈਨੂੰ ਕਰਨਾ ਚਾਹੀਦਾ। ਸੋ ਰਿਮਾਈਂਡਰ ਜਿਹੜੇ ਆ, ਵਿਜ਼ਨ ਬੋਰਡ ਤੁਸੀਂ ਕ੍ਰੀਏਟ ਕਰ ਸਕਦੇ ਜੀ। ਸੋ ਜਿੱਦਾਂ ਮੈਂ ਆਪਣੇ ਲਈ ਵਿਜ਼ਨ ਬੋਰਡ ਕ੍ਰੀਏਟ ਕਰਦਾ, ਵਿਜ਼ਨ ਬੋਰਡ ਦੇ ਉੱਤੇ ਮੈਂ ਸਟਿੱਕੀਜ਼ ਰਾਈਟ ਕਰਦਾ, ਸਟਿੱਕੀਜ਼ ਲਾਉਣਾ। ਸੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਮੈਂ ਲਿਖਦਾ ਆ। ਹਾਂਜੀ, ਜਦੋਂ ਜ਼ਿਆਦਾ ਤੋਂ ਜ਼ਿਆਦਾ ਵਾਰੀ ਉਹਨੂੰ ਵਿਜ਼ੂਅਲਾਈਜ਼ ਕਰਨਾ ਤੁਸੀਂ, ਤੇ ਉਹ ਦੈਟ ਬਿਕਮਸ ਪਾਰਟ ਆਫ ਯੂਰ ਪਰਸਨੈਲਿਟੀ। ਜੀ ਜੀ, ਬਿਲਕੁਲ ਬਿਲਕੁਲ। ਸੋ ਦੋਸਤੋ, ਪਰਮਿੰਦਰ ਚੌਹਾਨ ਜੀ ਦੇ ਨਾਲ ਗੱਲਬਾਤ ਕਰ ਰਹੇ ਨੇ, ਬਹੁਤ ਹੀ ਸਕਸੈਸਫੁਲ ਬਿਜ਼ਨਸਮੈਨ ਨੇ ਸਰੀ ਸ਼ਹਿਰ ਦੇ ਵਿੱਚ। ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਕਿਸ ਤਰ੍ਹਾਂ ਪ੍ਰਾਪਤ ਕੀਤੀ, ਉਸ ਦੇ ਬਾਰੇ ਗੱਲਬਾਤ ਕਰਦੇ ਹਾਂ। ਇਹਨਾਂ ਨੇ ਮੂਵੀਜ਼ ਵੀ ਬਣਾਈਆਂ ਜਿਨ੍ਹਾਂ ਦੇ ਵਿੱਚ ਐਮੀ ਅਵਾਰਡ ਵੀ ਇਹਨਾਂ ਨੂੰ ਮਿਲ ਚੁੱਕਿਆ। ਉਸ ਦੇ ਬਾਰੇ ਵੀ ਬਹੁਤ ਜਲਦੀ ਬਰੀਫਲੀ ਗੱਲ ਕਰਾਂਗੇ ਕਿਉਂਕਿ ਸਮਾਂ ਭੱਜਦਾ ਹੀ ਜਾ ਰਿਹਾ। ਸੋ ਬੁੱਕ ਦੇ ਬਾਰੇ ਅਸੀਂ ਪਹਿਲਾਂ ਕੰਪਲੀਟ ਕਰ ਲਈ। ਇੱਕ ਤਾਂ ਸੈਲਫ ਕੇਅਰ ਦੀ ਤੁਸੀਂ ਗੱਲ ਕੀਤੀ ਆ, ਸੈਲਫ ਕੇਅਰ ਦੇ ਬਾਰੇ ਬਰੀਫਲੀ ਕੀ ਗਈ ਹੈ? ਸੈਲਫ ਕੇਅਰ, ਜੇ ਤੁਸੀਂ ਆਪਣੇ ਆਪ ਦਾ ਖਿਆਲ ਨਹੀਂ ਰੱਖ ਸਕਦੇ, ਕਿਸੇ ਦੂਸਰੇ ਦਾ ਖਿਆਲ ਨਹੀਂ ਰੱਖ ਸਕਦੇ ਜੀ। ਸੋ ਇਸ ਕਰਕੇ ਤੁਹਾਡੀ ਸਿਹਤ ਜਿਹੜੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਜੀ। ਕਿੱਦਾਂ ਦਾ ਫੂਡ ਆਪਾਂ ਖਾ ਰਹੇ ਹਾਂ, ਸੋ ਹਰ ਇੱਕ ਚੀਜ਼ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਆ, ਸੋ ਐਗਜ਼ਾਮਪਲ ਅਗੇਨ ਜਿੱਦਾਂ ਮੈਂ ਕਿਹਾ ਸੀ, ਜੋ ਆਪਾਂ ਆਪਣੀ ਬੋਡੀ ਦੇ ਅੰਦਰ ਪਾਉਣਾ ਉਹ ਹੀ ਬਾਹਰ ਨਿਕਲਣਾ ਜੀ ਜੀ ਜੀ। ਸੋ ਇਸ ਕਰਕੇ ਆਕਸੀਜਨ ਮੈਂ ਬਰੀਥ ਕਰਦਾ ਜੀ। ਸੋ ਬਰੀਥਿੰਗ ਐਕਸਰਸਾਈਜ਼ ਮੈਂ ਕਰਦਾ ਬੈਠ ਕੇ ਇਕੱਲਾ। ਤੇ ਕਈ ਚੀਜ਼ਾਂ ਜ਼ਰੂਰੀ ਆ ਜੀ। ਤੁਹਾਡੀ ਬੋਡੀ ਡੀਟੌਕਸੀਫਾਈ ਹੋਣੀ ਜ਼ਰੂਰੀ। ਅਦਰਵਾਈਜ਼ ਜੇ ਤੁਸੀਂ ਜ਼ਿਆਦਾ ਇਨਵੋਲਵ ਆ ਚੀਜ਼ਾਂ ਦੇ ਵਿੱਚ ਜੀ, ਤੁਹਾਨੂੰ ਫੋਕਸ ਬੈਲੈਂਸ ਰਹਿਣ ਦੇ ਲਈ ਇਹ ਚੀਜ਼ਾਂ ਜ਼ਰੂਰੀ ਆ। ਅਦਰਵਾਈਜ਼ ਤੁਸੀਂ ਸਕੈਟਰਡ ਹੋ ਜਾਂਦੇ। ਸੋ ਫਿਰ ਚੀਜ਼ਾਂ ਜਿਹੜੀਆਂ ਫਾਲ ਅਪਾਰਟ ਹੋਣੀਆਂ ਸਟਾਰਟ ਹੋ ਜਾਂਦੀਆਂ ਜੀ ਜੀ ਜੀ। ਸੋ ਚੰਗੀ ਖੁਰਾਕ, ਐਕਸਰਸਾਈਜ਼, ਮਾਈਂਡ ਦਾ ਫੋਕਸ, ਭਾਵੇਂ ਉਹ ਤੁਹਾਨੂੰ ਬਰੀਥਿੰਗ ਐਕਸਰਸਾਈਜ਼ਸ ਨਾਲ ਮਿਲਦਾ, ਯੋਗਾ ਕਰਕੇ ਮਿਲਦਾ, ਜਿਮ ਜਾ ਕੇ ਮਿਲਦਾ, ਵਾਕ ਕਰਕੇ ਮਿਲਦਾ, ਕਿਸੇ ਤਰ੍ਹਾਂ ਵੀ ਕੋਈ ਵੀ ਚੀਜ਼ ਜਿਹੜੀ ਆ ਤੁਹਾਨੂੰ ਗੁੱਡ ਫੀਲ ਕਰਾਉਂਦੀ ਆ, ਹੈਲਥੀ ਬਣਨ ਦੇ ਲਈ ਜਿਹੜੀ ਆ ਜੀ। ਚੰਗਾ ਸੋਚਣਾ, ਚੰਗਾ ਖਾਣਾ ਜੀ, ਚੰਗੀ ਗੱਲ ਕਰਨੀ ਜੀ ਜੀ ਜੀ। ਸੋ ਜੇ ਸਾਰੀਆਂ ਚੀਜ਼ਾਂ ਨੂੰ ਆਪਾਂ ਫੋਕਸ ਰੱਖ ਕੇ ਚੱਲਦੇ ਹਾਂ, ਬਾਕੀ ਦੂਜਾ ਚੀਜ਼ਾਂ ਤੋਂ ਪਰੇ ਹਟ ਜਾਂਦੇ ਆ ਜੀ ਜੀ, ਤੁਹਾਡੀ ਲਾਈਫ ਜਿਹੜੀ ਆ people can see on your face। ਬਿਲਕੁਲ ਬਿਲਕੁਲ ਬਿਲਕੁਲ। ਸੋ ਇੰਪੋਰਟੈਂਸ ਆਫ ਅ ਪੋਜ਼ੀਟਿਵ ਥਿੰਕਿੰਗ, ਜਿਹੜੀ ਕਿ ਅਸੀਂ ਬਰੀਫਲੀ ਟੱਚ ਬੇਸ ਕਰ ਹੀ ਲਿਆ ਕਿ ਅਗਰ ਪੋਜ਼ੀਟਿਵ ਹੋਣੀ, ਤੁਸੀਂ ਕਿਹਾ ਕਿ ਚੰਗਾ ਸੋਚਣਾ। ਬਿਲਕੁਲ। ਸੋ ਚੰਗਾ ਸੋਚਾਂਗੇ ਤਾਂ ਚੰਗਾ ਹੀ ਸਾਡੇ ਨਾਲ ਹੋਊਗਾ, ਹੈ ਨਾ। ਜੋ ਅਸੀਂ ਆਪਣੇ ਮਾਈਂਡ ਨੂੰ ਜਿਸ ਤਰ੍ਹਾਂ ਟ੍ਰੇਨ ਕਰਦੇ ਹਾਂ ਉਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੰਦਾ। ਤੇ ਉਸ ਤੋਂ ਬਾਅਦ ਤੁਸੀਂ ਨੰਬਰ 10 ਜਿਹੜਾ ਆਪਣੀ ਸਕਸੈਸਫੁਲ ਬਣਨ ਦਾ ਜਿਹੜਾ 10ਵਾਂ ਤਰੀਕਾ ਆ ਤੁਹਾਡਾ, ਸੀਕ੍ਰੇਟ ਆ, ਉਹ ਹੈਗਾ ਕਿ ਤੁਸੀਂ ਕਮਿਟ ਟੂ ਪਰਸਨਲ ਡਿਵੈਲਪਮੈਂਟ। ਮਤਲਬ ਕਿ ਆਪਣੇ ਆਪ ਦੀ ਡਿਵੈਲਪਮੈਂਟ ਕਰਦੇ ਰਹੋ। ਆਪਣੇ ਆਪ ਨੂੰ ਕਿਸ ਤਰ੍ਹਾਂ ਅਸੀਂ ਡਿਵੈਲਪ ਕਰਦੇ ਹਾਂ? ਹੁਣ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਭੱਜੇ ਦੌੜੇ ਫਿਰਦੇ ਹਾਂ, ਟਰਾਈਂਗ ਟੂ ਮੀਟ ਆਲ ਦੀ ਐਂਡਸ, ਕਿ ਆਹ ਵੀ ਕਰਨਾ, ਉਹ ਵੀ ਕਰਨਾ, ਆਹ ਵੀ ਕਰਨਾ, ਅਤੇ ਅੱਗੇ ਦਾ ਸੋਚਣਾ ਕਈ ਵਾਰ ਤਾਂ ਉਹ ਨਾਲੋਂ ਨਾਲ ਆਪਣੇ ਆਪ ਹੁੰਦਾ ਰਹਿੰਦਾ। ਅਤੇ ਹੋਰ ਵੀ ਕੋਈ ਰੀਜ਼ਨਸ ਹੈਗੇ ਜਾਂ ਹੋਰ ਵੀ ਕੋਈ ਬਹਾਨੇ ਹੈਗੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਗਾਹਾਂ ਅੱਗੇ ਤੋਂ ਪਲਾਨ ਕਰਨਾ ਨਾ ਭੁੱਲੀਏ? ਸੈਲਫ ਗਰੋਥ ਲਈ ਤੁਸੀਂ ਆਪਣੇ ਆਪ ਨੂੰ ਕਈ ਚੀਜ਼ਾਂ 'ਚ ਇਨਵੋਲਵ ਕਰ ਸਕਦੇ, ਜਿੱਦਾਂ ਐਕਟੀਵਿਟੀਜ਼ ਹੁੰਦੀਆਂ ਜੀ। ਸੋ ਜੇ ਆਪਾਂ ਐਗਜ਼ਾਮਪਲ ਚੈਰਿਟੀ ਦਾ ਕੰਮ ਕਰਨਾ, ਵਲੰਟੀਅਰ ਵਰਕ ਕਰਨਾ ਜੀ, ਕੋਈ ਇਵੈਂਟ ਹੋ ਰਿਹਾ ਜੀ, ਸੋ ਉੱਥੇ ਜਦੋਂ ਤੁਸੀਂ ਜਾਓਗੇ, ਆਪਣੇ ਆਪ ਨੂੰ ਇਨਵੋਲਵ ਕਰੋਗੇ, ਅਟੈਂਡ ਕਰੋਗੇ, ਲਾਈਕ ਮਾਈਂਡਡ ਬੰਦੇ ਉੱਥੇ ਤੁਹਾਨੂੰ ਮਿਲਣਗੇ ਜੀ। ਸੋ ਉਹਦੇ ਨਾਲ ਸਾਡਾ ਜਿਹੜਾ ਸਿਸਟਮ ਚੇਂਜ ਹੁੰਦਾ ਜੀ। ਸੋ ਪਰਸਨਲ ਗਰੋਥ ਤਾਂ ਹੀ ਹੋਣੀ ਆ ਜੇ ਤੁਹਾਡੀ ਪਰਸਨਲ ਡਿਵੈਲਪਮੈਂਟ ਆ, ਜੇ ਕਿਉਂਕਿ ਜਦੋਂ ਤੁਸੀਂ ਬਿਜ਼ਨਸ 'ਚ ਗਰੋ ਕਰਦੇ ਆ ਜੀ, ਨੈਕਸਟ ਲੈਵਲ 'ਤੇ ਚੱਲ ਗਏ ਜੀ, ਤੁਹਾਨੂੰ ਉਸ ਨੈਕਸਟ ਲੈਵਲ 'ਤੇ ਰਹਿਣ ਦੇ ਲਈ, ਕਮਿਊਨੀਕੇਟ ਕਰਨ ਦੇ ਲਈ, ਉਸ ਲੈਵਲ ਦੇ ਬੰਦਿਆਂ ਲਈ ਤੁਹਾਨੂੰ ਨੌਲੇਜ ਦੀ ਜ਼ਰੂਰਤ ਆ। ਬਿਲਕੁਲ, ਨਹੀਂ ਤਾਂ ਅਗਲੇ ਕਹਿਣਗੇ ਇਹ ਕਿਹੜੀਆਂ ਗੱਲਾਂ ਕਰੀ ਜਾਂਦਾ ਬੰਦਾ ਜੀ ਜੀ, ਲਾਈਕ ਮਾਈਂਡ ਪੀਪਲ ਦੇ ਨਾਲ ਜੀ ਜੀ। ਸੋ ਤੁਹਾਡਾ ਜਿਹੜਾ ਆ ਗਰੋਥ ਦਾ ਬਹੁਤ ਵੱਡਾ ਇਹੋ ਰੀਜ਼ਨ ਹੈਗਾ ਅੱਗੇ ਜਾਣ ਦਾ, ਨਾਲ ਨਾਲ ਸੈਲਫ ਡਿਵੈਲਪਮੈਂਟ ਆ
ਤੁਸੀਂ ਪ੍ਰੋਗਰਾਮ ਵਾਚ ਕਰ ਸਕਦੇ। ਅੱਜ ਕੱਲ੍ਹ YouTube ਤੇ ਇੰਨੀਆਂ ਚੀਜ਼ਾਂ ਹੈਗੀਆਂ, ਸੋਸ਼ਲ ਮੀਡੀਆ ਇੰਨਾ ਸਟਰੋਂਗ ਆ, ਬੁੱਕਸ ਇੰਨੀਆਂ ਜ਼ਿਆਦਾ ਆ। ਜੀ ਤੇ ਹੁਣ ਤਾਂ ਬਹੁਤ ਈਜ਼ੀ ਆ ਚੀਜ਼ਾਂ ਜੀ। ਆਪਣੇ ਆਪ ਨੂੰ ਜਿਹੜੀ ਆ ਤੁਹਾਡੀ ਸਕਿੱਲਸ ਹੋਈ, ਪਰਸਨੈਲਿਟੀ ਹੋਈ, ਕੋਈ ਵੀ ਚੀਜ਼ ਤੁਸੀਂ ਆਪਣੇ ਆਪ ਨੂੰ ਪਹਿਲਾਂ ਨਾਲੋਂ ਵਧੀਆ ਬਣਾਉਣ ਲਈ ਜੀ ਐਜ਼ ਅ ਹਿਊਮਨ, ਬੈਟਰ ਹਿਊਮਨ ਬੀਇੰਗ ਬਣਾਉਣ ਦੇ ਲਈ ਕਰ ਸਕਦੇ ਆ ਜੀ। ਉਹਨੂੰ ਹਮੇਸ਼ਾ ਜਿਹੜਾ ਆ ਕਰਨਾ ਚਾਹੀਦਾ ਜੀ। ਸੋ ਬੁੱਕ ਦੇ ਵਿੱਚ ਤੁਸੀਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਹ ਜਿਹੜੇ ਆਪਣੇ 10 ਸੀਕ੍ਰੇਟ ਆ ਸਾਰਿਆਂ ਦੇ ਨਾਲ ਸ਼ੇਅਰ ਕੀਤੇ ਆ। ਇਹ ਬੁੱਕ ਕਿੱਥੋਂ ਪ੍ਰਾਪਤ ਕੀਤੀ ਜਾ ਸਕਦੀ ਆ? ਇਹ Amazon ਤੋਂ ਤੁਸੀਂ ਲੈ ਸਕਦੇ ਆ। ਸੋ ਵਰਲਡ ਵਾਈਡ ਇਹ ਮਿਲਦੀ ਆ ਜੀ। ਸੋ ਕਿਤੇ ਵੀ ਦੁਨੀਆ ਦੇ ਵਿੱਚ 84 ਡਿਫਰੈਂਟ ਕੰਟਰੀਜ਼ ਦੇ ਵਿੱਚ ਹੈਗੀ ਆ। ਤੇ ਇਹਦੇ ਵਿੱਚ ਮੇਰਾ ਜਿਹੜਾ ਆ 30 ਸਾਲ ਦਾ ਐਕਸਪੀਰੀਅੰਸ ਹੈ, 31 ਸਾਲ ਦਾ ਐਕਸਪੀਰੀਅੰਸ ਕੈਨੇਡਾ ਦਾ ਜੀ, ਉਹ ਇਸ ਬੁੱਕ ਦੇ ਵਿੱਚ ਆ ਕਿ ਕਿੱਥੋਂ ਮੈਂ ਸਟਾਰਟ ਕਰਕੇ ਇੱਥੇ ਪਹੁੰਚਿਆ, ਕਿੱਦਾਂ ਪਹੁੰਚਿਆ, ਕਿਹੜੇ ਪ੍ਰਿੰਸੀਪਲ ਜਿਹੜੇ ਆ ਮੈਂ ਫੋਲੋ ਕੀਤੇ ਤੇ ਫੋਲੋ ਕਰਦਾ ਜੀ। ਸੋ ਦੋਸਤੋ, ਸੀਕ੍ਰੇਟਸ ਟੂ ਸਕਸੈਸ, ਮਾਈ ਸੀਕ੍ਰੇਟ ਟੂ ਸਕਸੈਸ, ਪਰਮਿੰਦਰ ਚੌਹਾਨ ਜੀ ਦੀ ਇਹ ਬੁੱਕ ਤੁਸੀਂ Amazon ਤੋਂ ਆਰਡਰ ਕਰ ਸਕਦੇ ਹੋ। ਅਤੇ ਇਹ ਬੁੱਕ ਪੜ੍ਹ ਕੇ ਮੇਰਾ ਖਿਆਲ ਹੈ ਤੁਹਾਨੂੰ ਬਹੁਤ ਹੀ ਜਿਹੜੀ ਜ਼ਿੰਦਗੀ ਦੇ ਵਿੱਚ ਸੇਧ ਮਿਲੇਗੀ। ਇਸ ਦੇ ਨਾਲ ਹੀ ਪਰਮਿੰਦਰ ਜੀ ਨੇ ਹੋਰ ਬਹੁਤ ਸਾਰੇ ਕੰਮ ਕੀਤੇ, ਕਮਿਊਨਿਟੀ ਦੇ ਵਿੱਚ ਵੀ ਐਕਟਿਵ ਨੇ, ਬਹੁਤ ਵਧੀਆ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਟਾਈਮ ਟੂ ਟਾਈਮ, ਅਤੇ ਨਾਲ ਹੀ ਨਾਲ ਸ਼ੋਰਟ ਮੂਵੀਜ਼ ਵੀ ਬਣਾ ਲੈਂਦੇ ਹੋ। ਹਾਂਜੀ। ਅਤੇ ਤੁਹਾਡੀ ਇੱਕ ਮੂਵੀ ਨੂੰ ਐਮੀ ਅਵਾਰਡ ਮਿਲਿਆ, ਫਰੀडम ਇਜ਼ਨਟ ਫਰੀ। ਹਾਂਜੀ ਜੀ। ਉਹ ਤੁਹਾਡਾ ਆਈਡੀਆ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਕਿ ਤੁਸੀਂ ਪ੍ਰੋਡਿਊਸਰ ਵੀ ਬਣਨਾ ਹੈ? ਮੈਂ ਰਾਈਟਰਸ ਐਂਡ ਪ੍ਰੋਡਿਊਸਰਸ ਐਸੋਸੀਏਸ਼ਨ ਹੈਗੀ ਆ ਅਮਰੀਕਾ ਦੇ ਵਿੱਚ। ਸੋ ਜਿਹੜੀ ਚਾਰੇ ਬੁੱਕ ਜਿਹੜੀਆਂ 3 ਮੈਂ ਕੋ-ਆਥਰ ਕੀਤੀਆਂ, ਇਹ ਚੌਥੀ ਆਪ ਲਿਖੀ ਆ ਜੀ। ਇਹ ਚਾਰੋਂ ਦੀਆਂ ਚਾਰੋਂ ਬੁੱਕਸ ਜਿਹੜੀਆਂ ਬੈਸਟ ਸੈਲਿੰਗ ਬੁੱਕਸ ਹੈਗੀਆਂ ਜੀ। ਸੋ ਸਾਡਾ ਸਮਿਟ ਹੁੰਦਾ ਹਰ ਸਾਲ ਆਪਣੇ ਕੈਲੀਫੋਰਨੀਆ LA ਦੇ ਵਿੱਚ ਜੀ। ਸੋ ਉੱਥੇ ਅਵਾਰਡਸ ਹੁੰਦੇ ਆ, ਉੱਥੇ ਬਹੁਤ ਜਿਹੜੇ ਸਕਸੈਸਫੁਲ ਬੰਦੇ ਆ ਉਹਨਾਂ ਨੂੰ ਮਿਲਣ ਦਾ ਚਾਂਸ ਮਿਲਦਾ, ਉਹਨਾਂ ਤੋਂ ਲਰਨ ਕਰਨ ਦਾ ਚਾਂਸ ਮਿਲਦਾ ਜੀ। ਉੱਥੇ ਮੇਰੀ ਮੁਲਾਕਾਤ ਹੋਈ ਜਿਹੜੇ ਐਕਚੁਅਲੀ ਉਹ ਇਵੈਂਟ ਕਰਦੇ ਆ ਜੀ। ਵਨ ਆਫ ਦੀ ਪਰਸਨ ਇਜ਼ 16 ਟਾਈਮਸ ਐਮੀ ਅਵਾਰਡ ਵਿਨਿੰਗ ਡਾਇਰੈਕਟਰ। ਅੱਛਾ ਜੀ। ਸੋ ਉਹਨਾਂ ਨੇ ਆਈਡੀਆ ਉੱਥੇ ਸ਼ੇਅਰ ਕੀਤਾ। ਅਮਰੀਕਾ ਦੇ ਵਿੱਚ ਇਹ ਆਰਗੇਨਾਈਜੇਸ਼ਨ ਹੈਗੀ ਹੈ, ਜਿਹੜੇ ਫਾਲਨ ਸੋਲਜਰਸ ਆ ਉਹਨਾਂ ਦੀ ਫੈਮਲੀਜ਼ ਨੂੰ ਇਹੋ ਪੜ੍ਹਾਈ ਦਾ ਖਰਚਾ, ਰਹਿਣ ਦਾ ਖਰਚਾ, ਸਕਾਲਰਸ਼ਿਪਸ ਸਾਰਾ ਕੁਝ ਦਿੰਦੇ ਜੀ। ਇਹਨਾਂ ਨੇ 2007 ਦੇ ਵਿੱਚ ਸਟਾਰਟ ਕੀਤੀ ਆਰਗੇਨਾਈਜੇਸ਼ਨ। ਅੱਛਾ ਜੀ। ਤੇ 2015 ਤੱਕ $120 ਮਿਲੀਅਨ ਇਹਨਾਂ ਨੇ ਫੈਮਲੀ ਨੂੰ ਦਿੱਤਾ। ਕਿਉਂਕਿ ਜਦੋਂ ਸਪੈਸ਼ਲੀ PTSD ਤੇ ਹੋਰ ਪ੍ਰੋਬਲਮਾਂ ਦੇ ਵਿੱਚ ਜਦੋਂ ਸੋਲਜਰ ਵਾਪਸ ਆਉਂਦੇ ਆ ਜੀ, ਉਹ ਬਹੁਤ ਟਫ ਟਾਈਮ ਤੋਂ ਜਾ ਰਹੇ, ਉਹਨਾਂ ਦੇ ਕੋਲ ਕੋਈ ਰਿਸੋਰਸਿਸ ਨਹੀਂ ਹੁੰਦੇ, ਇਨਕਮ ਸੋਰਸਿਸ ਖਤਮ ਹੋ ਜਾਂਦੇ ਆ, ਇਨਕਮ ਬਹੁਤ ਥੋੜੀ ਹੁੰਦੀ ਆ, ਜਾਂ ਜੇ ਕਿਸੇ ਦੀ ਡੈਥ ਹੋ ਗਈ ਜਾਂ ਡਿਸੇਬਲ ਹੋ ਗਿਆ, ਤੇ ਇਹ ਆਰਗੇਨਾਈਜੇਸ਼ਨ ਉਹਨਾਂ ਦੀ ਫੈਮਿਲੀ ਦਾ ਸਾਰਾ ਜ਼ਿੰਮੇਵਾਰੀ ਲੈ ਕੇ ਉਹਨਾਂ ਦੀ ਸਪੋਰਟ ਕਰਦੇ ਆ। ਸੋ ਜਦੋਂ ਉਹਨਾਂ ਨੇ ਇਹ ਚੀਜ਼ਾਂ ਸ਼ੇਅਰ ਕੀਤੀਆਂ ਤੇ ਮੈਂ ਆਲਵੇਜ਼ ਦੇਖਦਾ ਰਹਿੰਦਾ ਕਿ ਕਿੱਦਾਂ ਮੈਂ ਆਪਣੇ ਕਿਸੇ ਵੀ ਤਰ੍ਹਾਂ ਕਮਿਊਨਿਟੀ ਨੂੰ, ਇੰਟਰਨੈਸ਼ਨਲ ਕਮਿਊਨਿਟੀ ਨੂੰ ਗਿਵ ਬੈਕ ਕਰ ਸਕਦਾ ਜੀ ਜੀ। ਸੋ ਇਹ ਇੱਕ ਬਹੁਤ ਵੱਡਾ ਰੀਜ਼ਨ ਸੀ। ਸਾਡੀਆਂ ਚਾਰੋਂ ਬੁੱਕਸ ਜਿਹੜੀਆਂ ਉਹਦਾ ਰੈਵਨਿਊ ਆਉਂਦਾ ਸਾਰਾ ਚੈਰਿਟੀ ਨੂੰ ਜਾਂਦਾ ਜੀ। ਵਾਓ, ਕੀ ਬਾਤ ਹੈ। ਜਿਹੜੀ ਮੂਵੀ ਹਾਲੀਵੁੱਡ ਡਾਕੂਮੈਂਟਰੀ ਮੂਵੀ ਬਣਾਈ ਆ ਉਹਦਾ ਵੀ ਜਿੰਨਾ ਰੈਵਨਿਊ ਆ ਸਾਰਾ ਚੈਰਿਟੀ 'ਚ ਜਾਂਦਾ ਜੀ ਜੀ ਜੀ। ਬਹੁਤ ਹੀ ਕਮਾਲ ਦੀ ਗੱਲ ਆ ਵੈਸੇ ਤਾਂ, ਜਿਹੜਾ ਕਿ ਤੁਹਾਡਾ ਰੈਵਨਿਊ ਵੀ ਚੈਰਿਟੀ ਨੂੰ ਜਾਂਦਾ। ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਇਸ ਦੇ ਨਾਲ ਹੀ ਨਾਲ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਕਮਿਊਨਿਟੀ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਟਾਈਮ ਟੂ ਟਾਈਮ ਜਿੱਥੇ ਵੀ ਜ਼ਰੂਰਤ ਹੁੰਦੀ ਹੈ ਜ਼ਰੂਰ ਖੜ੍ਹੇ ਹੁੰਦੇ ਹੋ। ਬਹੁਤ ਹੀ ਚੰਗੀ ਗੱਲ ਹੈ। ਮੈਂ ਕਹਿੰਦੀ ਹਾਂ ਕਿ ਸਾਰੇ ਬੰਦੇ ਇਸੇ ਤਰ੍ਹਾਂ ਹੀ ਸੋਚ ਲੈਣ ਤੇ ਅਸੀਂ ਬਹੁਤ ਹੀ ਸੁਚੱਜਾ ਸਮਾਜ ਆਪਣਾ ਬਣਾ ਸਕਦੇ ਹਾਂ। ਕਿਉਂਕਿ ਜਦੋਂ ਇਨਸਾਨ ਨੇ ਚੱਲ ਜਾਣਾ ਇੱਥੋਂ ਕੁਛ ਨਹੀਂ ਲੈ ਜਾਣਾ, ਸਾਰਾ ਕੁਛ ਇੱਥੇ ਹੀ ਰਹਿ ਜਾਂਦਾ। ਇੱਕ ਚੀਜ਼ ਰਹਿ ਜਾਂਦੀ ਆ ਤੇ ਸਾਡੇ ਜਿਹੜੇ ਬੋਲ ਨੇ, ਸਾਡੀ ਜੋ ਵੀ ਅਸੀਂ ਕਿਸੇ ਲਈ ਕੀਤਾ, ਲੈਗੇਸੀ ਰਹਿ ਜਾਂਦੀ ਹੈ ਅੱਗੇ ਪਿੱਛੇ। ਬਿਲਕੁਲ ਪਿੱਛੇ ਕੀ ਆਪਾਂ ਛੱਡ ਕੇ ਜਾਣਾ, ਕਿਸੇ ਨੇ ਕੋਈ ਕੇਅਰ ਨਹੀਂ ਕਰਨੀ ਤੁਹਾਡੇ ਕੋਲ ਕਿੰਨਾ ਪੈਸਾ ਸੀ, ਕਿਸੇ ਨੇ ਤੁਸੀਂ ਕੀ ਕਰਤਾ, ਸਾਰਿਆਂ ਨੇ ਇਹ ਦੇਖਣਾ ਕਿ ਕਿਸ ਲਈ ਤੁਸੀਂ ਖੜੇ ਹੋਏ ਸੀ। ਬਿਲਕੁਲ ਜੀ। ਇਸ ਦੇ ਨਾਲ ਹੀ ਪਰਮਿੰਦਰ ਜੀ, ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ, ਮੈਂ ਤੁਹਾਨੂੰ ਫਿਰ ਜ਼ਰੂਰ ਇਨਵਾਈਟ ਕਰਾਂਗੀ ਕਿਉਂਕਿ ਬਹੁਤ ਕੁਛ ਹੈ ਜਿਹੜਾ ਅਸੀਂ ਹਜੇ ਹੋਰ ਡਿਸਕਸ ਕਰਨਾ, ਤੁਹਾਡੇ ਬਾਰੇ ਤੁਹਾਡੇ ਤੋਂ ਸਿੱਖਣਾ ਆ। ਸੋ ਅੱਜ ਦਾ ਸਮਾਂ ਕੱਢਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਤੁਹਾਡਾ ਬਹੁਤ ਬਹੁਤ, ਤੇ ਤੁਹਾਡੇ ਸਾਰੇ ਸਰੋਤਿਆਂ ਦਾ ਥੈਂਕ ਯੂ ਜੀ। ਬਹੁਤ ਬਹੁਤ ਸ਼ੁਕਰੀਆ, ਅੱਜ ਤੁਸੀਂ ਸਮਾਂ ਕੱਢ ਕੇ ਇੱਥੇ ਆਏ। ਥੈਂਕ ਯੂ ਵੈਰੀ ਮਚ। ਸੋ ਦੋਸਤੋ, ਇਸ ਦੇ ਨਾਲ ਹੀ ਹੁਣ ਪ੍ਰੋਗਰਾਮ ਦੀ ਸਮਾਪਤੀ ਆ। ਲਓ ਜੀ,
ਅਗਲੇ ਪ੍ਰੋਗਰਾਮ ਦੇ ਹੋਸਟ ਅੰਗਰੇਜ਼ ਬਰਾੜ ਜੀ ਬਹੁਤ ਹੀ ਜਲਦੀ ਤੁਹਾਡੇ ਰੂਬਰੂ ਹੋਣਗੇ। ਮੇਰਾ ਤੁਸੀਂ ਸਾਥ ਦਿੱਤਾ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਤੁਹਾਡਾ ਤੇ ਸਾਡਾ ਸਾਥ ਹੋਏਗਾ 8 ਤੋਂ 10। ਇਸ ਦੇ ਨਾਲ ਹੀ ਸਾਡਾ ਤੇ ਤੁਹਾਡਾ ਰੱਬ ਰਾਖਾ।